ਆਪਾਂ ਸਾਧੂ ਦਇਆ ਸਿੰਘ ਆਰਫ ਜੀ ਦੀ ਲਿਖੀ ਹੋਈ ਰਚਨਾ ਜ਼ਿੰਦਗੀ ਬਿਲਾਸ, ਉਹਦੇ ਵਿੱਚੋਂ 41ਵੇਂ ਸਾਲ ਦੇ ਵਿੱਚ ਕੀ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਜਾਂ ਨਹੀਂ ਕਰਦਾ, ਕਿਵੇਂ ਦਾ ਇਹਦਾ ਸੁਭਾਅ ਬਣ ਜਾਂਦਾ ਹੈ। ਚੱਲੀ ਉਮਰ 41ਵੇਂ ਸਾਲ ਦੀ ਏ, ਇੱਕੋ ਬ੍ਰਹਮ ਕਹੋ ਦੂਸਰੀ ਜਾਤ ਹੈ ਨਾ। ਉੱਲੂ ਵਾਂਗ ਨਾ ਭਰਮ ਦੇ ਵਿੱਚ ਭੁੱਲੀ, ਅੱਖੀਂ ਖੋਲ ਕੇ ਦੇਖ ਲੈ ਰਾਤ ਹੈ ਨਾ। ਕਵੀ ਜੀ ਕਹਿੰਦੇ ਭਰਮ ਵਿੱਚ ਨਾ ਪਈ, ਸਾਰੇ ਪਾਸੇ ਇੱਕ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ। ਉਸ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਐਵੇਂ ਉੱਲੂ ਵਾਂਗੂ ਸੂਰਜ ਚੜ੍ਹੇ 'ਤੇ ਵੀ ਅੱਖਾਂ ਮੀਟ ਕੇ ਨਾ ਬੈਠਾ ਰਵੀ। ਗਿਆਨ ਦਾ ਸੂਰਜ ਚੜ੍ਹਦਾ ਅਤੇ ਅਗਿਆਨੀ ਲੋਕ ਉਹਦੇ ਤੋਂ ਕੋਈ ਵੀ ਲਾਭ ਨਹੀਂ ਪ੍ਰਾਪਤ ਕਰਦੇ। ਜਿਵੇਂ ਸੂਰਜ ਚੜ੍ਹਨ 'ਤੇ ਜਿਹੜਾ ਉੱਲੂ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ। ਪੁੱਤਰ ਬਾਪ ਦੇ ਇੱਕ ਨਹੀਂ, ਪੁੱਤਰ ਬਾਪ ਦੇ ਨਹੀਂ ਦੋ ਜਾਤ ਹੁੰਦੇ, ਇੱਕ ਬਿਰਖ ਨੂੰ ਦੂਸਰਾ ਪਾਤ ਹੈ ਨਾ। ਉਹਨਾਂ ਵਾਸਤੇ ਭਰਮ ਪ੍ਰਤੀਤ ਹੁੰਦਾ, ਦੇਖੀ ਜਿਨ੍ਹਾਂ ਨੇ ਸੋਚ ਕੇ ਬਾਤ ਹੈ ਨਾ। ਪੁੱਤਰ ਬਾਪ ਦੇ ਨਹੀਂ ਦੋ ਜਾਤ ਹੁੰਦੇ, ਪਿਤਾ ਦੇ ਜਿਹੜੇ ਪੁੱਤਰ ਨੇ ਉਹਨਾਂ ਦੀ ਜਾਤ ਇੱਕ ਹੁੰਦੀ ਆ, ਪਰ ਪਰਮਾਤਮਾ ਨੇ ਜਿਹੜੀ ਕੁਦਰਤ ਪੈਦਾ ਕੀਤੀ ਆ, ਜਿਹੜੇ ਰੁੱਖ ਨੇ ਉਹਨਾਂ ਦੇ ਜਿੰਨੇ ਪੱਤੇ ਹਨ ਉਹ ਸਾਰੇ ਅਲੱਗ-ਅਲੱਗ ਹਨ। ਕਿੱਡੀ ਵੱਡੀ ਉਸ ਪਰਮਾਤਮਾ ਦੀ ਰਚਨਾ ਹੈ, ਕਿੰਨਾ ਵੱਡਾ ਪਰਮਾਤਮਾ ਜੀ ਨੇ ਕੌਤਕ ਵਰਤਾਇਆ। ਉਹਨਾਂ ਵਾਸਤੇ ਭਰਮ ਪ੍ਰਤੀਤ ਹੁੰਦਾ, ਦੇਖੀ ਜਿਨ੍ਹਾਂ ਨੇ ਸੋਚ ਕੇ ਬਾਤ ਹੈ ਨਾ। ਭਰਮ ਵਿੱਚ ਉਹ ਪੈਂਦੇ ਨੇ ਜਿਨ੍ਹਾਂ ਨੇ ਕਦੇ ਸੋਚਿਆ ਵਿਚਾਰਿਆ ਨਹੀਂ, ਉਹਨਾਂ ਨੂੰ ਭਰਮ ਪੈਂਦਾ ਵੀ ਮੇਰੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਸ਼ਾਇਦ ਕੋਈ ਫਰਕ ਆ। ਪਰ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ, ਉਹ ਸਮਝ ਲੈਂਦੇ ਹਨ ਕਿ ਮੈਂ ਪਰਮਾਤਮਾ ਦੀ ਅੰਸ਼ ਹਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੀ ਬੱਚਾ ਹਾਂ, ਮੈਂ ਗੁਰੂ ਦਾ ਸਿੱਖ ਹਾਂ। ਇਸ ਵਾਸਤੇ ਮੈਂ ਗੁਰੂ ਵਰਗਾ ਹੀ ਬਣਨਾ। ਜਿੱਦਾਂ ਦੇ ਗੁਰੂ ਜੀ ਹਨ ਉੱਦਾਂ ਦਾ ਹੀ ਸੁਭਾਅ ਮੇਰਾ ਹੋਣਾ ਚਾਹੀਦਾ। ਜਿਵੇਂ ਦੀ ਦਿੱਖ ਮੇਰੇ ਗੁਰੂ ਦੀ ਆ, ਉੱਦਾਂ ਦਾ ਹੀ ਮੈਂ ਹੋਣਾ ਚਾਹੀਦਾ। ਜਿਹੜਾ ਪੁੱਤਰ ਹੈ ਆਪਣੇ ਪਿਤਾ ਦੇ ਨਾਲ ਉਹਦੀ ਸ਼ਕਲ ਸੂਰਤ ਮਿਲਦੀ ਹੋਣੀ ਚਾਹੀਦੀ ਆ। ਭਾਵ ਅਸੀਂ ਵੀ ਸਾਬਤ ਸੂਰਤ ਸਾਨੂੰ ਹੋਣਾ ਚਾਹੀਦਾ। ਸਾਰੇ ਮੁਲਕ ਜਹਾਨ ਦਾ ਸੈਰ ਕੀਤਾ, ਪਾਈ ਗਲੀ ਮਹਿਬੂਬ ਦੀ ਝਾਤ ਹੈ ਨਾ। ਜਾਤ ਮਜ਼ਹਬ ਦੇ ਵਿੱਚ ਮਗਰੂਰ ਜਿਹੜੇ, ਦਿੱਤੀ ਰੱਬ ਨੇ ਇਸ਼ਕ ਦੀ ਬਾਤ ਹੈ ਨਾ। ਸਾਰਾ ਸੰਸਾਰ ਫਿਰ ਫਿਰ ਕੇ ਵੇਖ ਲਿਆ, ਫਲਾਨੀ ਥਾਂ ਚੱਲੇ ਹਾਂ, ਫਲਾਨੇ ਦੇਸ਼ ਵਿੱਚ ਚੱਲੇ ਹਾਂ, ਆਪਣੇ ਪਿਆਰੇ ਦੀ ਗਲੀ ਵਿੱਚ ਕਦੇ ਆਏ ਨਹੀਂ। ਇੱਥੇ ਆਉਣਾ ਬਹੁਤ ਜ਼ਰੂਰੀ ਸੀ, ਜਿਹਦੇ ਨਾਲ ਮਿਲਣਾ, ਜਿਹੜਾ ਸਾਡਾ ਪਿਆਰਾ ਵਾਹਿਗੁਰੂ। ਇੱਧਰਲੇ ਪਾਸੇ ਨਹੀਂ ਕਦੇ ਝਾਤ ਮਾਰੀ, ਹੋਰ ਕਈ ਪਾਸੇ ਭਟਕਦੇ ਰਹੇ। ਜਿਹੜੇ ਜਾਤ ਦੇ ਮਜ਼ਹਬ ਵਿੱਚ ਹੰਕਾਰੀ ਹੁੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਆਪਣੇ ਪਿਆਰ ਦੀ ਦਾਤ ਨਹੀਂ ਬਖਸ਼ੀ। ਦੁਨੀਆ ਵਿੱਚ ਸਰਦਾਰ ਹੰਕਾਰ ਵਾਲੇ, ਅੱਗੇ ਪੁੱਛਣੀ ਰੱਬ ਨੇ ਬਾਤ ਹੈ ਨਾ। ਜਿਹੜੇ ਲਿਸ਼ਕਦੇ ਗਰਜਦੇ ਗੜਕਦੇ ਨੇ, ਉਹਨਾਂ ਬੱਦਲਾਂ ਵਿੱਚ ਬਰਸਾਤ ਹੈ ਨਾ। ਜਿਹੜੇ ਆਪਣੇ ਆਪ ਨੂੰ ਸਰਦਾਰ ਅਤੇ ਬਹੁਤ ਵੱਡੇ ਸਮਝਦੇ ਨੇ, ਅੱਗੇ ਪਰਮਾਤਮਾ ਨੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਣੀ। ਇੱਥੇ ਉਹਨਾਂ ਦੇ ਅੱਗੇ ਪਿੱਛੇ ਨੌਕਰ ਚਾਕਰ ਫਿਰਦੇ ਨੇ, ਉੱਥੇ ਕਿਸੇ ਨੇ ਨਹੀਂ ਪੁੱਛਣਾ। ਜਿਹੜੇ ਬੱਦਲਾਂ ਵਾਂਗੂ ਲਿਸ਼ਕਦੇ ਨੇ, ਗਰਜਦੇ ਨੇ, ਗੜਕਦੇ ਨੇ, ਜਿਹਨੂੰ ਪੰਜਾਬੀ ਦਾ ਅਖਾਣ ਵੀ ਆ, ਜਿਹੜੇ ਗੱਜਦੇ ਨੇ ਉਹ ਵਰਦੇ ਨਹੀਂ। ਜਿਹੜੇ ਇੱਥੇ ਸੰਸਾਰ 'ਚ ਹਉਮੈ ਹੰਕਾਰ 'ਚ ਤੁਰੇ ਫਿਰਦੇ ਹਨ, ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਦੀ ਕੋਈ ਕਦਰ ਨਹੀਂ ਹੁੰਦੀ। ਦੇਖੇ ਸੈਂਕੜੇ ਫੋਲ ਕੇ ਕੁਤਬਖਾਨੇ, ਲਫ਼ਜ਼ ਇਸ਼ਕ ਦਾ ਵਿੱਚ ਲੁਗਾਤ ਹੈ ਨਾ। ਦੇਖੇ ਭਾਵੇਂ ਗੁੱਲ ਚਮਨ ਦੀ ਸੈਰ ਕਰਕੇ, ਚੰਦਨ ਬ੍ਰਿਸ਼ਤਾਂ ਵਿੱਚ ਬਾਗਾਤ ਹੈ ਨਾ। ਭਾਵੇਂ ਕੋਈ ਕਿੰਨਾ ਹੀ ਬਾਗਾਂ ਦੀ ਸੈਰ ਕਰ ਲਵੇ, ਆਲੇ ਦੁਆਲੇ ਘੁੰਮ ਫਿਰ ਲਵੇ, ਪਰ ਕਿਤਿਓਂ ਵੀ ਜਿਹੜਾ ਚੰਦਨ ਦਾ ਰੁੱਖ ਹੈ ਉਹ ਇਸ ਤਰੀਕੇ ਦੇ ਨਾਲ ਮਿਲਦਾ ਨਹੀਂ।
ਉਹ ਤਾਂ ਬਹੁਤ ਵਿਰਲਾ ਟਾਵਾਂ ਹੀ ਹੁੰਦਾ। ਭਾਵੇਂ ਕੋਈ ਬੰਦਾ ਸੈਂਕੜੇ ਕੁਤਬਖਾਨੇ ਦਾ ਅਰਥ ਹੁੰਦਾ ਲਾਇਬ੍ਰੇਰੀਆਂ, ਜਿੰਨੀਆਂ ਮਰਜ਼ੀ ਲਾਇਬ੍ਰੇਰੀਆਂ ਫਰੋਲ ਲਵੇ, ਪਰ ਪਰਮਾਤਮਾ ਦੇ ਪਿਆਰ ਦੀ ਜਿਹੜੀ ਗੱਲ ਆ ਉਹ ਲੱਭਣੀ ਬੜੀ ਮੁਸ਼ਕਲ ਆ। ਆਸ਼ਕ ਪੁਰਸ਼ ਜੋ ਰਮਜ ਨੂੰ ਸਮਝ ਬੈਠੇ, ਮਜ਼ਹਬ ਨਾਲ ਰੱਖਦੇ ਮੁਲਾਕਾਤ ਹੈ ਨਾ। ਜਿਨ੍ਹਾਂ ਫੱਕਰਾਂ ਕੋਲ ਨਾ ਇੱਕ ਕੌਡੀ, ਉਹਨਾਂ ਵਾਸਤੇ ਲਿਖੀ ਜ਼ਕਾਤ ਹੈ ਨਾ। ਜਿਹੜੇ ਪਰਮਾਤਮਾ ਦੀ ਰਮਜ਼ ਨੂੰ ਸਮਝ ਲੈਣ, ਉਹਨਾਂ ਦੇ ਮਨ ਵਿੱਚ ਫਿਰ ਕੋਈ ਮਜ਼ਹਬਾਂ ਦੇ ਝਗੜੇ ਨਹੀਂ ਰਹਿ ਜਾਂਦੇ, ਕੋਈ ਊਚ ਨੀਚ ਜਾਤ ਪਾਤ। ਉਹ ਰੱਬ ਦੇ ਪਿਆਰਿਆਂ ਨੂੰ ਸਾਰੇ ਆਪਣੇ ਹੀ ਲੱਗਦੇ ਆ। ਉਹਨਾਂ ਦੇ ਮਨ ਵਿੱਚ ਅਸੀਂ ਤਾਂ ਲੋਕ ਗੁਰਦੁਆਰੇ ਵੰਡ ਕੇ ਬਹਿ ਗਏ ਆ ਫਲਾਨਿਆਂ ਦਾ, ਇਸ ਤਰ੍ਹਾਂ ਜਾਤਾਂ ਪਾਤਾਂ ਦੇ ਆਧਾਰ 'ਤੇ। ਜਿਹੜੇ ਰੱਬ ਦੇ ਅਸਲ ਫਕੀਰ ਹੁੰਦੇ ਉਹ ਕਿਸੇ ਤਰ੍ਹਾਂ ਦੀ ਕੋਈ ਜਾਤ ਪਾਤ ਨਹੀਂ ਮੰਨਦੇ। ਕਲਮਾ ਕਲਬ ਸ਼ਰੀਫ ਦੇ ਵਿੱਚ ਜਾਰੀ, ਪੜ੍ਹਦੇ ਕਿਸੇ ਵੀ ਵੇਲੇ ਜਮਾਤ ਹੈ ਨਾ। ਹਰਦਮ ਜੋ ਦਿਲੋਂ ਦਵੈਸ਼ ਕਰਦੇ, ਰਲਦੇ ਕਿਸੇ ਵੀ ਵੇਲੇ ਜਮਾਤ ਹੈ ਨਾ। ਜਿਹੜੇ ਲੋਕ ਈਰਖਾ ਦਵੈਸ਼ ਦੇ ਨਾਲ ਭਰੇ ਹੋਣ, ਉਹ ਕਿਸੇ ਜਮਾਤ ਵਿੱਚ ਨਹੀਂ ਰਲਦੇ। ਉਹਨਾਂ ਦੇ ਉੱਤੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਜਿਹੜੇ ਇਸ਼ਕ ਤਕਦੀਰ ਦੇ ਨੀਮ ਬਿਸਮਿਲ, ਦੁਨੀਆ ਵਿੱਚ ਤੂੰ ਦੇਖ ਹਯਾਤ ਹੈ ਨਾ। ਸਾਰੇ ਵਿੱਚ ਜਹਾਨ ਦੇ ਰਾਜ ਉਨਕਾ, ਐ ਪਰ ਫੱਕਰਾਂ ਕੋਲ ਜਾਇਦਾਦ ਹੈ ਨਾ। ਜਿਹੜੇ ਫੱਕਰ ਹੁੰਦੇ ਨੇ ਉਹਨਾਂ ਦੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੁੰਦੀ, ਪਰ ਤਾਂ ਵੀ ਸਾਰੇ ਸੰਸਾਰ ਵਿੱਚ ਉਹਨਾਂ ਦਾ ਰਾਜ ਹੁੰਦਾ। ਜਿੱਥੇ ਮਰਜ਼ੀ ਆਉਂਦੇ ਜਾਂਦੇ ਬੇਫਿਕਰ ਰਹਿੰਦੇ ਨੇ। 36 ਰਕਮ ਦਾ ਮਿਲੇ ਤੋ ਆਮ ਯਾਰੋ, ਕੋਲ ਦੇਖੀਏ ਤਵਾ ਪਰਾਤ ਹੈ ਨਾ। ਮਾਹਰ ਇਲਮ ਦੇ ਦਿਸਣ ਮਹਿਰੂਮ ਲੋਕੋ, ਕੋਲ ਵੇਖੀਏ ਕਲਮ ਦਵਾਤ ਹੈ ਨਾ। ਉਹ ਰੱਬ ਦੇ ਪਿਆਰਿਆਂ ਨੂੰ 36 ਪ੍ਰਕਾਰ ਦੇ ਖਾਣੇ ਪ੍ਰਾਪਤ ਹੋ ਜਾਂਦੇ ਨੇ, ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਪਰ ਉਹਨਾਂ ਦੇ ਕੋਲ ਤਵਾ ਪਰਾਤ ਵੀ ਨਹੀਂ ਹੁੰਦੀ। ਪਰਮਾਤਮਾ ਦੇ ਉੱਤੇ ਆਸ ਭਰੋਸਾ ਰੱਖਦੇ ਨੇ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਸਾਰੀਆਂ ਦਾਤਾਂ ਬਖਸ਼ੀ ਜਾਂਦੇ, ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ। 36 ਰਕਮ ਦਾ ਮਿਲੇ ਤੁਆਮ ਯਾਰੋ, ਤੁਆਮ ਦਾ ਮਤਲਬ ਖਾਣਾ ਭੋਜਨ। 36 ਰਕਮ ਦਾ ਮਿਲੇ ਤੁਆਮ ਯਾਰੋ, ਕੋਲ ਦੇਖੀਏ ਤਵਾ ਪਰਾਤ ਹੈ ਨਾ। ਮਾਹਰ ਇਲਮ ਦੇ ਦਿਸਣ ਮਹਿਰੂਮ ਲੋਕੋ, ਕੋਲ ਵੇਖੀਏ ਕਲਮ ਦਵਾਤ ਹੈ ਨਾ। ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਇਲਮ ਹੋ ਜਾਂਦਾ, ਉਹਨਾਂ ਨੂੰ ਗਿਆਨ ਹੋ ਜਾਂਦਾ। ਉਹਨਾਂ ਦੇ ਕੋਲ ਕਲਮ ਦਵਾਤ ਨਾ ਵੀ ਹੋਵੇ, ਉਹਨਾਂ ਦਾ ਹਿਰਦਾ ਗਿਆਨ ਨਾਲ ਭਰਿਆ ਹੁੰਦਾ। ਭੂਰੀ ਨਾਲ ਪ੍ਰੀਤ ਹੈ ਦਇਆ ਸਿੰਘਾ, ਦਿਲ ਨੂੰ ਭਾਮ ਦੀ ਚਿਕਨ ਬਨਾਤ ਹੈ ਨਾ। ਰੱਬ ਦੇ ਪਿਆਰਿਆਂ ਦੇ ਕੋਲ ਬਸ ਇੱਕ ਭੂਰੀ ਹੁੰਦੀ ਆ, ਇੱਕ ਖੇਸੀ ਖੇਸ ਕੰਬਲ, ਬਸ ਉਹਨਾਂ ਦਾ ਸਭ ਕੁਛ ਉਹੀ ਹੁੰਦਾ। ਉਹਨਾਂ ਦੇ ਕੋਲ ਕੋਈ ਬਹੁਤ ਵੱਡੀਆਂ ਕੋਈ ਕਨਾਤਾਂ ਤੰਬੂ ਸ਼ਮਿਆਨੇ ਆਦਿਕ ਨਹੀਂ ਹੁੰਦੇ, ਪਰ ਤਾਂ ਵੀ ਉਹ ਰੱਬ ਦੇ ਪਿਆਰੇ ਰੱਜੇ ਹੁੰਦੇ ਅਤੇ ਸਿਦਕ ਵਾਲੇ ਹੁੰਦੇ ਅਤੇ ਪਰਮਾਤਮਾ ਦੇ ਵਿੱਚ ਆਨੰਦ ਮਾਣਦੇ ਨੇ। ਪਰ ਤੇਰੀ 41 ਸਾਲ ਦੀ ਉਮਰ ਹੋ ਗਈ ਆ, ਤੂੰ ਅਜੇ ਵੀ ਕੁਝ ਸਮਝਿਆ ਨਹੀਂ। ਉਸ ਤੋਂ ਬਾਅਦ ਫਿਰ ਤੇਰੀ ਜ਼ਿੰਦਗੀ ਦਾ 42ਵਾਂ ਸਾਲ ਸ਼ੁਰੂ ਹੋ ਜਾਂਦਾ, ਪਰ ਤੈਨੂੰ ਕੋਈ ਸਮਝ ਨਹੀਂ ਆਉਂਦੀ। ਤੇਰੀ ਜ਼ਿੰਦਗੀ ਮੂਰਖਾਂ ਵਾਂਗੂ ਐਵੇਂ ਲੰਘਦੀ ਜਾਂਦੀ ਆ, ਨਾ ਤੂੰ ਕੁਝ ਖੱਟਦਾ ਹੈ ਨਾ ਕੁਝ ਕਮਾਉਂਦਾ ਹੈ, ਖਾਲੀ ਹੱਥ ਝਾੜ ਕੇ ਇੱਥੋਂ ਚਲਿਆ ਜਾਂਦਾ। ਚੱਲੀ ਉਮਰ 42ਵੇਂ ਸਾਲ ਦੀ ਏ, ਰੇਲ ਜਾਮਦੀ ਪਾਮਦੀ ਸ਼ੋਰ ਜਾਨੀ। ਕਿਸੇ ਰੋਜ਼ ਨੂੰ ਜ਼ਿੰਦਗੀ ਖਤਮ ਹੋਣੀ, ਉੱਡ ਜਾਵਣਾ ਬੋਲਦਾ ਭੌਰ ਜਾਨੀ। ਤੇਰੀ ਉਮਰ ਰੇਲ ਗੱਡੀ ਵਾਂਗੂ ਲੰਘਦੀ ਜਾ ਰਹੀ ਆ। ਫਿਰ ਤੈਨੂੰ ਜਿਵੇਂ ਤੁਹਾਡੇ ਇੱਥੇ ਪਿੰਡ 'ਚੋਂ ਰੇਲ ਗੱਡੀ ਲੰਘਦੀ ਆ, ਉਹਦੇ ਵੱਲ ਵੇਖਦੇ ਰਹੋ, ਲੰਘ ਜਾਏਗੀ, ਬਾਅਦ 'ਚੋਂ ਦਿਸਣੀ ਬੰਦ ਹੋ ਜਾਂਦੀ ਆ। ਤੇਰੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਆ। ਤੇਰੀ ਜ਼ਿੰਦਗੀ ਵੀ ਸ਼ੋਰ ਪਾਉਂਦੀ ਹੋਈ ਜਾਂਦੀ ਆ। ਕਿਸੇ ਨੂੰ ਕੁਝ ਮਾੜਾ ਕਹਿ ਦਿੱਤਾ, ਕਿਸੇ ਨੂੰ ਕੁਝ ਚੰਗਾ ਕਹਿ ਦਿੱਤਾ, ਕਿਸੇ ਨਾਲ ਕੋਈ ਲੜਾਈ ਝਗੜਾ ਕਰ ਲਿਆ। ਇਹ ਨਹੀਂ ਵੇਂਦਾ ਵੀ ਜ਼ਿੰਦਗੀ ਮੁੱਕਦੀ ਜਾ ਰਹੀ ਆ। ਕਿਸੇ ਰੋਜ਼ ਨੂੰ ਕਿਸੇ ਦਿਨ ਸਾਰੀ ਜ਼ਿੰਦਗੀ ਖਤਮ ਹੋ ਜਾਏਗੀ
ਜਿਹੜਾ ਤੇਰੇ ਵਿੱਚ ਭੌਰ ਬੋਲਦਾ ਉਹਨੇ ਉਡਾਰੀ ਮਾਰ ਜਾਣੀ ਆ, ਫਿਰ ਤੇਰੇ ਕੋਲੋਂ ਬੋਲਿਆ ਵੀ ਨਹੀਂ ਜਾਣਾ। ਇਸ ਵਾਸਤੇ ਜਿੰਨਾ ਚਿਰ ਤੂੰ ਬੋਲ ਸਕਦਾ ਇਸ ਜ਼ੁਬਾਨ ਦੇ ਨਾਲ ਪਰਮਾਤਮਾ ਦਾ ਜਸ ਕਰਿਆ ਕਰ, ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਿਆ ਕਰ। ਕਿਸੇ ਰੋਜ਼ ਨੂੰ ਖਾਕ ਦਰ ਖਾਕ ਹੋਣਾ, ਚਿਹਰਾ ਚਮਕਦਾ ਵਾਂਗ ਬਲੌਰ ਜਾਨੀ, ਜਾਂਦੇ ਦਮਾਂ ਦਾ ਕਰੇ ਹਿਸਾਬ ਨਾਹੀ, ਲੇਖਾ ਕਰੇ ਜਹਾਨ ਤੇ ਔਰ ਜਾਨੀ। ਜਿਹੜਾ ਹੁਣ ਤੇਰਾ ਚਿਹਰਾ ਚਮਕਦਾ ਪਿਆ ਕਿਸੇ ਦਿਨ ਇਹ ਖਾਕ ਹੋ ਜਾਏਗਾ। ਇਸ ਵਾਸਤੇ ਆਪਣੇ ਜਾਂਦੇ ਹੋਏ ਦਮਾਂ ਦਾ ਹਿਸਾਬ ਕਿਤਾਬ ਕਰਿਆ ਕਰ। ਪੈਂਦਾ 24,000 ਦਾ ਰੋਜ਼ ਘਾਟਾ, ਕਰਕੇ ਦੇਖਿਆ ਕਦੀ ਨਾ ਗੌਰ ਜਾਨੀ, ਬਹਿ ਕੇ ਸੋਚ ਸੁਦਾਗਰਾ ਮੱਤ ਮਾਰੀ, ਰੁੜਿਆ ਜਾਮਦਾ ਮਾਲ ਦਸੌਰ ਜਾਨੀ। ਹਰ ਰੋਜ਼ ਤੇਰੀ ਜ਼ਿੰਦਗੀ ਵਿੱਚੋਂ 24,000 ਸਵਾਸ ਘਟਦੇ ਜਾਂਦੇ ਨੇ, ਤੂੰ ਗੌਰ ਨਹੀਂ ਕਰਦਾ। ਤੂੰ ਕਿੱਦਾਂ ਦਾ ਸੁਦਾਗਰ ਵਪਾਰੀ ਬਿਜ਼ਨਸਮੈਨ ਹੈ ਜਿਹਦਾ ਸਾਰਾ ਮਾਲ ਸਬੱਬ ਰੁੜਦਾ ਜਾਂਦਾ ਹੋਵੇ ਤੇ ਉਹਨੂੰ ਕੋਈ ਚਿੰਤਾ ਹੀ ਨਾ ਹੋਵੇ। ਇੱਕ ਸਵਾਸ ਬੇਕੀਮਤਾ ਮੁੱਲ ਦਾ ਏ, ਪਰਖੀ ਲਾਲ ਗੁਲਾਲ ਦਾ ਜੌਹਰ ਜਾਨੀ, ਜਿਹੜੇ ਰੋਜ਼ ਤਕਦੀਰ ਨੇ ਸੱਟ ਮਾਰੀ, ਜਾਣਾ ਭੱਜ ਕਲਬੂਤ ਦਾ ਦੌਰ ਜਾਨੀ। ਤੇਰਾ ਇੱਕ ਇੱਕ ਸਵਾਸ ਬਹੁਤ ਮੁੱਲ ਦਾ ਹੈ। ਇਹ ਲਾਲ ਜਵਾਹਰਾਤਾਂ ਵਾਂਗੂ ਆ, ਪਰ ਤੂੰ ਇਹਦੇ ਵੱਲ ਧਿਆਨ ਨਹੀਂ ਦਿੰਦਾ। ਇੱਕ ਦਿਨ ਇਹੋ ਜਿਹੀ ਤੈਨੂੰ ਸੱਟ ਵੱਜਣੀ ਹੈ, ਇਸ ਸਰੀਰ ਦੇ ਵਿੱਚੋਂ ਭੌਰ ਨੇ ਨਿਕਲ ਜਾਣਾ। ਇਹਨੇ ਸਦਾ ਨਾ ਪਿੰਜਰੇ ਵਿੱਚ ਰਹਿਣਾ, ਉੱਡ ਜਾਵਣਾ ਕਦੀ ਜਨੌਰ ਜਾਨੀ, ਕਦੀ ਮਿਰਗ ਦੇ ਵਾਂਗਰਾਂ ਵਿੱਚ ਫਸਣਾ, ਫਾਂਸੀ ਕਾਲ ਤਕਦੀਰ ਦਾ ਬੌਰ ਜਾਨੀ। ਇਸ ਸਰੀਰ ਰੂਪੀ ਪਿੰਜਰੇ ਦੇ ਵਿੱਚ ਸਦਾ ਪੰਛੀ ਨਹੀਂ ਰਹੇਗਾ, ਮਿਰਗ ਦੇ ਵਾਂਗੂ ਹਿਰਨ ਦੇ ਵਾਂਗੂ ਤੂੰ ਫਸ ਜਾਵੇਂਗਾ। ਜਿੱਦਣ ਆ ਗਿਆ ਹੁਕਮ ਤਬਦੀਲ ਹੋਣਾ, ਤੇਰਾ ਵਾਂਗ ਮੁਲਾਜ਼ਮਾ ਠੌਰ ਜਾਨੀ, ਦਇਆ ਸਿੰਘ ਹਮੇਸ਼ ਨਾ ਸੈਰ ਕਰਨੀ, ਛੱਡ ਜਾਵਣਾ ਸ਼ਹਿਰ ਲਾਹੌਰ ਜਾਨੀ। ਜਿਵੇਂ ਕੋਈ ਬੰਦਾ ਮੁਲਾਜ਼ਮ ਹੋਵੇ, ਜਦੋਂ ਉਹਦੀ ਬਦਲੀ ਦੀ ਚਿੱਠੀ ਆ ਜਾਵੇ ਉਹਨੂੰ ਛੱਡ ਕੇ ਜਾਣਾ ਪੈਂਦਾ। ਇਸੇ ਤਰ੍ਹਾਂ ਤੈਨੂੰ ਸੰਸਾਰ ਘਰ ਪਰਿਵਾਰ ਛੱਡ ਕੇ ਜਾਣਾ ਪਵੇਗਾ। ਹਮੇਸ਼ਾ ਵਾਸਤੇ ਸੈਰਾਂ ਨਹੀਂ ਕਰ ਸਕੇਗਾ। 43 ਸਾਲ ਦੀ ਉਮਰ ਹੋ ਜਾਂਦੀ ਆ, ਚੱਲੀ ਉਮਰ 43ਵੇਂ ਸਾਲ ਦੀ ਏ, ਤਮਾ ਮਾਰਿਓ ਕਰੋ ਖਿਆਲ ਜਾਨੀ। 43 ਸਾਲ ਦੀ ਉਮਰ ਹੋ ਜਾਂਦੀ ਆ, ਪਰ ਅਜੇ ਵੀ ਤੂੰ ਈਰਖਾ ਦਵੈਸ਼ ਤਮਾ ਦੇ ਵਿੱਚ ਜਿਹੜਾ ਉਹ ਸੜਿਆ ਹੋਇਆ ਹੈ। ਤਮਾ ਲਾਲਚ ਨੂੰ ਵੀ ਕਹਿ ਦਿੰਦੇ ਹਨ। ਤਿੰਨੇ ਨੁਕਤਿਓਂ ਤਮਾ ਦੋ ਹਰਫ ਖਾਲੀ, ਸਿੱਟੇ ਤੋੜ ਕੇ ਹਿਰਸ ਜੋ ਹਾਲ ਕੋਈ, ਦਿੱਤੀ ਰੱਬ ਨੇ ਦਮਾਂ ਦੀ ਰਾਸ ਲੰਮੀ, ਉੱਠੋ ਜਲਦ ਖਰੀਦ ਲਓ ਮਾਲ ਕੋਈ। ਵਾਹਿਗੁਰੂ ਜੀ ਨੇ ਜਿਹੜੀ ਦਮਾਂ ਦੀ ਰਾਸ ਪੂੰਜੀ ਦਿੱਤੀ ਆ, ਉੱਠੋ ਆਲਸ ਨਾ ਕਰੋ, ਇਹਦੇ ਨਾਲ ਕੋਈ ਮਾਲ ਸਬਾਬ ਖਰੀਦ ਲਓ, ਇਹਦੇ ਨਾਲ ਕੋਈ ਚੰਗੇ ਕੰਮ ਕਰ ਲਓ। ਇੰਨਾ ਵਾਹਿਗੁਰੂ ਜੀ ਨੇ ਤੁਹਾਨੂੰ ਸਮਾਂ ਬਖਸ਼ਿਸ਼ ਕੀਤਾ, ਇਸ ਸਮੇਂ ਨੂੰ ਸਫਲਾ ਕਰੋ। ਫਰੀਦਾ ਰਾਤੀ ਲੰਮੀਆਂ, ਉੱਠ ਉੱਠ ਧੁਖਣ ਪਾਸ। ਇੰਨੀਆਂ ਲੰਬੀਆਂ ਰਾਤਾਂ ਨੇ, ਟਾਈਮ ਨਾਲ ਹੀ ਹਨੇਰਾ ਹੋ ਜਾਂਦਾ, ਲੇਟ ਮੁੜ ਕੇ ਦਿਨ ਹੁੰਦਾ, ਇੰਨਾ ਲੰਬਾ ਸਮਾਂ ਸੁੱਤੇ ਰਹਿੰਦੇ ਹੋ। ਉੱਠ ਕੇ ਕੋਈ ਸ਼ੁਭ ਕਰਮ ਕਰੋ, ਕੋਈ ਗੁਰੂ ਦੀ ਬਾਣੀ ਪੜ੍ਹ ਲਓ, ਕੋਈ ਚੰਗੀ ਕਿਤਾਬ ਪੜ੍ਹ ਲਓ, ਕੋਈ ਚੰਗਾ ਲੈਕਚਰ ਸੁਣ ਲਓ, ਕੋਈ ਚੰਗੇ ਕੰਮ ਕਰੋ, ਤਾਂ ਕਿ ਵਾਹਿਗੁਰੂ ਜੀ ਕੋਲੋਂ ਸ਼ਾਬਾਸ਼ ਮਿਲੇ, ਸਾਡੀ ਜ਼ਿੰਦਗੀ ਸਵਰਗ ਬਣ ਜਾਵੇ। ਪਰ ਅਸੀਂ ਉਹ ਕਰਦੇ ਹੀ ਨਹੀਂ। ਸਾਨੂੰ ਇਸ ਗੱਲ ਦੀ ਸੋਝੀ ਨਹੀਂ ਵੀ ਕੀਮਤੀ ਸਵਾਸ ਵਿਅਰਥ ਜਾ ਰਹੇ ਆ ਅਤੇ ਇਹਦੇ ਵੰਡੇ ਕੋਈ ਚੰਗਾ ਮਾਲ ਰੱਬ ਦੇ ਨਾਮ ਦਾ ਖਰੀਦ ਲਈਏ। ਬਿਨਾਂ ਮਤਲਬ ਆਲਸ ਕਰਕੇ ਪਏ ਰਹਿੰਦੇ ਹਾਂ। ਨਹੀਂ ਤਾਂ ਜਿਹੜੀ ਨੀਂਦ ਆ ਉਹ ਤਾਂ 5-7 ਘੰਟੇ ਦੀ ਬਹੁਤ ਹੁੰਦੀ ਆ, ਹਰ ਇੱਕ ਦੇ ਕੰਮ ਦੇ ਅਨੁਸਾਰ। ਭਾਂਡਾ ਇਸ ਕਲਬੂਤ ਦਾ ਜਿਹਨੇ ਘੜਿਆ,
ਲਵੋ ਉਸ ਘੁਮਿਆਰ ਨੂੰ ਭਾਲ ਕੋਈ, ਦੁਨੀਆ ਜਾਨ ਸ਼ਤਰੰਜ ਦੀ ਖੇਲ ਝੂਠੀ, ਕੌਡੀ ਛੱਡ ਖਰੀਦ ਲਓ ਲਾਲ ਕੋਈ। ਜਿਸ ਵਾਹਿਗੁਰੂ ਜੀ ਨੇ ਤੇਰਾ ਇਹ ਸਰੀਰ ਘੜਿਆ, ਉਸ ਪਰਮਾਤਮਾ ਦੀ ਪਹਿਚਾਨ ਕਰ। ਦੇਵਨਹਾਰ ਦਾ ਤਾਰ ਕਰਤਾਰ ਬੈਠਾ, ਮੰਗਣ ਵਾਲਿਓ ਕਰੋ ਸਵਾਲ ਕੋਈ, ਵਾਲਾਂ ਕਾਲਿਆਂ ਨਾਲ ਜੇ ਵਿਗੜ ਗਈਏ, ਅਜੇ ਰੱਖਿਓ ਧੌਲਿਆਂ ਨਾਲ ਕੋਈ। ਦੇਵਨਹਾਰ ਕਰਤਾਰ ਵਾਹਿਗੁਰੂ ਬੈਠਾ ਹੋਇਆ, ਉਹਦੇ ਕੋਲੋਂ ਮੰਗ ਲਓ ਕੁਝ, ਗੁਰੂ ਕੋਲੋਂ ਪੁੱਛ ਲਓ ਕੁਝ, ਰੱਬ ਦੇ ਪਿਆਰਿਆਂ ਕੋਲੋਂ ਕੁਝ ਪੁੱਛ ਲਓ, ਕੁਝ ਸਿੱਖ ਲਓ। ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਹਨ, ਉਹਨਾਂ ਦੇ ਕੋਲ ਕਿਧਰੇ ਨਿਆਣੇ ਹੀ ਘੱਲ ਛੱਡੋ, ਬੱਚੇ ਕੋਈ ਜਪਜੀ ਸਾਹਿਬ ਦਾ ਪਾਠ ਕਰਨਾ ਸਿੱਖ ਜਾਣ। ਜਿਹੜੀਆਂ ਸਾਡੀਆਂ ਧੀਆਂ ਭੈਣਾਂ ਉਹ ਕੋਈ ਮਹਾਰਾਜ ਦੀ ਬਾਣੀ ਪੜ੍ਹਨੀ ਸਿੱਖ ਲੈਣ, ਕਿਸੇ ਕੋਲੋਂ ਸਿਖਾ ਲਓ। ਜੇ ਆਪ ਘਰ 'ਚ ਸਿਖਾ ਸਕਦੇ ਹੋ ਤਾਂ ਸਿਖਾ ਲਓ, ਤਾਂ ਕਿ ਸਾਡੀਆਂ ਜਿਹੜੀਆਂ ਜਨਰੇਸ਼ਨ ਚੰਗੀਆਂ ਹੋ ਜਾਣ, ਸਾਡੀਆਂ ਪੀੜ੍ਹੀਆਂ ਚੰਗੀਆਂ ਹੋ ਜਾਣ, ਸਾਡੇ ਬੱਚੇ ਚੰਗੇ ਇਨਸਾਨ ਬਣ ਜਾਣ। ਕੁਝ ਸਿੱਖ ਲਓ, ਗੁਰੂ ਕੋਲੋਂ ਕੁਝ ਮੰਗ ਲਓ। ਜੇ ਕਾਲੇ ਵਾਲਾਂ ਦੇ ਵਿੱਚ ਵਿਗੜ ਗਈ ਆ, ਲੰਘ ਗਿਆ ਸਮਾਂ, ਨਹੀਂ ਕਰ ਸਕੇ, ਜੇ ਧੌਲੇ ਆ ਗਏ ਆ, ਹੁਣ ਹੀ ਕੁਝ ਗੁਰੂ ਦੀ ਸੰਗਤ ਕਰ ਲਓ। ਦੇਵਨਹਾਰ ਦਾ ਤਾਰ ਕਰਤਾਰ ਬੈਠਾ, ਮੰਗਣ ਵਾਲਿਓ ਕਰੋ ਸਵਾਲ ਕੋਈ। ਕੋਈ ਮਹਾਰਾਜ ਦੀ ਬਾਣੀ ਪੜ੍ਹ ਲਓ, ਕੋਈ ਘਰਾਂ ਵਿੱਚ ਸਹਿਜ ਪਾਠ ਕਰ ਲਓ, ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਮੱਥਾ ਟੇਕਦੇ ਜੇ ਵੀ ਪੜ੍ਹ ਲਓ ਵੀ ਵਿੱਚ ਲਿਖਿਆ ਕੀ ਹੋਇਆ। ਆਪਣੇ ਘਰਾਂ ਵਿੱਚ ਸ਼ਬਦਾਰਥ ਦੀਆਂ ਪੋਥੀਆਂ ਲਿਓ, ਚਰਨ ਕਮਲ ਸਾਹਿਬ ਤੋਂ ਪਹਿਲਾ ਭਾਗ ਰੱਖੋ ਘਰਾਂ ਦੇ ਵਿੱਚ, ਸਾਰੇ ਜਣੇ ਆਪੋ ਆਪਣਾ ਸਹਿਜ ਪਾਠ ਕਰੋ। ਰੋਜ਼ ਦੇ 5 ਅੰਗੀ ਪੜ੍ਹ ਲਓ ਅਰਥਾਂ ਦੇ ਸਮੇਤ, ਵੀ ਸਤਿਗੁਰੂ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਨੇ। ਇੱਧਰਲੇ ਪਾਸੇ ਧਿਆਨ ਤੇ ਦਿਓ। ਬਾਅਦ ਵਿੱਚ ਜਦੋਂ ਸਾਰੀ ਖੇਡ ਵਿਗੜ ਜਾਂਦੀ ਆ, ਫਿਰ ਲੋਕੀ ਸੋਚਦੇ ਵੀ ਇਹ ਬਣਿਆ ਕੀ, ਬੱਚਾ ਨਸ਼ੇ 'ਤੇ ਲੱਗ ਗਿਆ, ਬੁਰੀ ਸੰਗਤ 'ਚ ਪੈ ਗਿਆ, ਕਿਸੇ ਦੇ ਆਖੇ ਨਹੀਂ ਲੱਗਦਾ। ਜਦੋਂ ਆਖੇ ਲਾਉਣ ਦਾ ਸਮਾਂ ਸੀ ਉਦੋਂ ਲਾਇਆ ਹੀ ਕੋਈ ਨਹੀਂ, ਉਦੋਂ ਉਹਨੂੰ ਕੋਲ ਬਿਠਾਇਆ ਹੀ ਕੋਈ ਨਹੀਂ ਵੀ ਪੁੱਤਰ ਬੈਠ, ਆਪਾਂ ਸਾਰਾ ਟੱਬਰ ਜਪਜੀ ਸਾਹਿਬ ਦਾ ਪਾਠ ਕਰੀਏ। ਬੱਚਿਆ ਮੈਨੂੰ ਸਹਿਜ ਪਾਠ ਸੁਣਾ, ਮੈਂ ਬਾਣੀ ਸੁਣਾ, ਉਦੋਂ ਧਿਆਨ ਹੀ ਨਹੀਂ ਦਿੱਤਾ। ਅਜੇ ਵੀ ਸਮਾਂ ਹੈ। ਦੇਵਨਹਾਰ ਦਾ ਤਾਰ ਕਰਤਾਰ ਬੈਠਾ, ਮੰਗਣ ਵਾਲਿਓ ਕਰੋ ਸਵਾਲ ਕੋਈ, ਵਾਲਾਂ ਕਾਲਿਆਂ ਨਾਲ ਜੇ ਵਿਗੜ ਗਈਏ, ਅਜੇ ਰੱਖਿਓ ਧੌਲਿਆਂ ਨਾਲ ਕੋਈ। ਅੱਜ ਗਿਆ ਨਾ ਕੱਲ ਨੂੰ ਹੱਥ ਆਵੇ, ਅਗਲਾ ਨਹੀਂ ਉਡੀਕਿਓ ਸਾਲ ਕੋਈ। ਸੁਬਹ ਸ਼ਾਮ ਸ਼ੈਤਾਨ ਪਿਆ ਵਾਰ ਕਰਦਾ, ਪਕੜੋ ਹੱਥ ਈਮਾਨ ਦੀ ਢਾਲ ਕੋਈ। ਜਿਹੜਾ ਕੱਲ ਲੰਘ ਗਿਆ ਉਹਨੇ ਦੁਬਾਰਾ ਅੱਜ ਨਹੀਂ ਆਉਣਾ। ਅਗਲਾ ਸਾਲ ਨਾ ਉਡੀਕਿਓ, ਅਗਲਾ ਮਹੀਨਾ ਨਾ ਉਡੀਕਿਓ, ਉਹ ਪਤਾ ਨਹੀਂ ਆਉਣਾ ਜ਼ਿੰਦਗੀ 'ਚ ਕਿ ਨਹੀਂ ਆਉਣਾ। ਸੁਬਹ ਸ਼ਾਮ ਸ਼ੈਤਾਨ ਵਾਰ ਕਰਦਾ ਪਿਆ, ਧਰਮ ਦੀ ਢਾਲ ਪਕੜ ਕੇ ਰੱਖੋ। ਦੌਲਤ ਮੰਦਾਂ ਜਮਾ ਕਲਬੂਤ ਅੰਦਰ, ਮਤਾਂ ਆਪ ਨੂੰ ਕਹੇ ਕੰਗਾਲ ਕੋਈ। ਜੇਕਰ ਵਸਤ ਖਰੀਦਣੀ ਖਰੀਦਦਾਰੋ, ਪਕੜੋ ਸ਼ੌਂਕ ਨਾਲ ਗੁਰੂ ਦਲਾਲ ਕੋਈ। ਦੌਲਤਮੰਦਾਂ ਕਿੰਨਾ ਕੁਝ ਜਮ੍ਹਾਂ ਕੀਤਾ, ਦੌਲਤਮੰਦਾਂ ਜਮ੍ਹਾਂ ਕਲਬੂਤ ਅੰਦਰ, ਮਤਾਂ ਆਪ ਨੂੰ ਕਹੇ ਕੰਗਾਲ ਕੋਈ। ਦੌਲਤਮੰਦੋ ਤੁਸੀਂ ਤਾਂ ਹੀ ਭਾਈ ਅਮੀਰ ਖਵਾ ਸਕਦੇ ਹੋ, ਆਪਣੇ ਇਸ ਸਰੀਰ ਦੇ ਵਿੱਚ ਕੋਈ ਰੱਬ ਦਾ ਨਾਮ ਇਕੱਠਾ ਕਰੋ, ਇਹ ਗਾਂ ਕੰਮ ਆਉਣਾ। ਅਗਰ ਕੋਈ ਚੀਜ਼ ਖਰੀਦਣੀ ਆ, ਜਿਹੜੀ ਵਸਤੂ ਖਰੀਦਣੀ ਹੋਵੇ ਉਹਦੀ ਜਾਣਕਾਰੀ ਰੱਖਣ ਵਾਲੇ ਬੰਦੇ ਦੀ ਮਦਦ ਲਈਦੀ ਆ। ਅਗਰ ਕੋਈ ਗੱਡੀ ਖਰੀਦਣੀ ਹੋਵੇ ਪੁਰਾਣੀ ਕੋਈ ਵੀ, ਉਹਦੇ ਨਾਲ ਲੋਕੀ ਮਕੈਨਿਕ ਨੂੰ ਲੈ ਜਾਂਦੇ ਆ ਵੀ ਤੂੰ ਵੇਖ ਕੇ ਦੱਸ ਦੇ ਇਹ ਗੱਡੀ ਠੀਕ ਅਸੀਂ ਖਰੀਦ ਲਈਏ। ਟਰੈਕਟਰ ਲੈਣਾ ਹੋਵੇ, ਜਿਹੜੇ ਟਰੈਕਟਰ ਦੀ ਜਾਣਕਾਰੀ ਰੱਖਦੇ ਉਹਨਾਂ ਨਾਲ ਉਹ ਸਿਆਣਾ ਬੰਦਾ ਲੈ ਜਾਈਦਾ ਵੀ ਆਪਾਂ ਟਰੈਕਟਰ ਖਰੀਦਣ ਜਾਣਾ, ਮੇਰੇ ਨਾਲ ਚੱਲ। ਇਸੇ ਤਰ੍ਹਾਂ ਰੱਬ ਦੇ ਨਾਮ ਦੀ ਵਸਤੂ ਖਰੀਦਣੀ ਆ, ਇਹਦੇ ਵਾਸਤੇ ਗੁਰੂ ਦੀ ਮਦਦ ਲੈ ਲਓ। ਜੇਕਰ ਵਸਤ ਖਰੀਦਣੀ ਖਰੀਦਦਾਰੋ, ਪਕੜੋ ਸ਼ੌਕ ਨਾਲ ਗੁਰੂ ਦਲਾਲ ਕੋਈ। ਦਿੱਤਾ ਕਾਸ ਨੂੰ ਜ਼ੋਰ ਕੁਰਬਾਨੀਆਂ ਤੇ, ਕਰੋ ਆਪਣਾ ਜਿਗਰ ਹਲਾਲ ਕੋਈ। ਚਾਰੇ ਮੰਜ਼ਲਾਂ ਤਾਲਬ ਕਤਾ ਕਰਕੇ,
ਹੋਵੇ ਇਸ਼ਕ ਦੇ ਵਿੱਚ ਕਮਾਲ ਕੋਈ। ਐਵੇਂ ਕਾਹਨੂੰ ਕੁਰਬਾਨੀ ਦਾ ਇੱਥੇ ਅਰਥ ਆ, ਐਵੇਂ ਕਾਹਦੇ ਵਾਸਤੇ ਜਾਨਵਰ ਮਾਰੀ ਜਾਂਦੇ ਹੋ, ਕਦੇ ਆਪਣੇ ਮਨ ਨੂੰ ਵੀ ਮਾਰੋ। ਤਿਲਕਣ ਬਾਜੀਓ ਤਿਲਕਣੇ ਹਾਰ ਵਿਹੜਾ, ਰੱਖੋ ਫਰਸ਼ ਪਰ ਕਦਮ ਸੰਭਾਲ ਕੋਈ। ਜ਼ਾਲਮ ਇਸ਼ਕ ਤਲਵਾਰ ਦੀ ਧਾਰ ਤਿੱਖੀ, ਝੱਲੇ ਵਾਂਗ ਮਨਸੂਰ ਦੇ ਝਾਲ ਕੋਈ। ਤਿਲਕਣ ਬਾਜ਼ੀਓ, ਇੱਥੇ ਸੰਸਾਰ ਵਿੱਚ ਬਹੁਤ ਤਿਲਕਣ ਬਾਜ਼ੀ ਆ। ਜਿਹੜਾ ਵਿਹੜਾ ਵਾ ਉਹਦੇ 'ਤੇ ਤਿਲਕ ਸਕੀਦਾ, ਤਾਂ ਹੀ ਕਰਕੇ ਉਹ ਥਾਂ ਥਾਂ 'ਤੇ ਬੋਰਡ ਜਿਹੇ ਲੱਗੇ ਹੁੰਦੇ ਵੀ ਧਿਆਨ ਨਾਲ ਚੱਲਿਓ ਕਿਤੇ ਤਿਲਕ ਨਾ ਜਾਇਓ। ਇਹ ਸੰਸਾਰ ਵੀ ਐਸਾ ਹੀ ਆ। ਇੱਥੇ ਪਤਾ ਨਹੀਂ ਬੰਦੇ ਨੇ ਕਦੋਂ ਕਿੱਥੇ ਡੋਲ ਜਾਣਾ, ਕਿੱਥੇ ਤਿਲਕ ਜਾਣਾ, ਡਿੱਗ ਜਾਣਾ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਕਦੋਂ ਇਸੇ ਚਿੱਕੜ 'ਚ ਡੁੱਬ ਜਾਣਾ, ਫਸ ਜਾਣਾ। ਤਿਲਕਣ ਬਾਜੀਓ ਤਿਲਕਣੇ ਹਾਰ ਵਿਹੜਾ, ਰੱਖੋ ਫਰਸ਼ ਪਰ ਕਦਮ ਸੰਭਾਲ ਕੋਈ। ਜ਼ਾਲਮ ਇਸ਼ਕ ਤਲਵਾਰ ਦੀ ਧਾਰ ਤਿੱਖੀ, ਝੱਲੇ ਵਾਂਗ ਮਨਸੂਰ ਦੇ ਝਾਲ ਕੋਈ। ਕੋਈ ਮਨਸੂਰ ਵਰਗਾ ਹੀ ਹੋ ਸਕਦਾ ਜਿਹੜਾ ਤਲਵਾਰ ਦਾ ਵਾਰ ਸਹਾਰ ਸਕਦਾ ਹੋਵੇ। ਪ੍ਰਭੂ ਨਾਲ ਪਿਆਰ ਦੀ ਜਿਹੜੀ ਖੇਡ ਆ ਬੜੀ ਔਖੀ ਆ। ਮਾਇਆ ਮੰਗਣੀ ਕਾਨੂੰ ਜਵਾਲ ਵਾਲੀ, ਦੌਲਤ ਮੰਗ ਲਓ ਲਾਜਵਾਲ ਕੋਈ। ਢੂੰਡੋ ਗੁਰੂ ਕੋਈ ਸੱਚਾ ਪ੍ਰਾਣੀਆਂ ਓਏ, ਜੀ ਦੇ ਪੇਸ਼ ਹੋ ਕਰੇ ਸਵਾਲ ਕੋਈ। ਝੂਠੀ ਦੌਲਤ ਹੀ ਮੰਗੀ ਜਾਣਾ, ਕਿਤੇ ਸੱਚੀ ਦੌਲਤ ਪ੍ਰਮਾਤਮਾ ਦਾ ਨਾਮ ਮੰਗ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਮੈਂ ਕੀ ਮੰਗਾ, ਬਾਕੀ ਤੇ ਸਾਰੀਆਂ ਚੀਜ਼ਾਂ ਵਸਤੂਆਂ ਨਾਸ਼ ਹੋ ਜਾਣ ਵਾਲੀਆਂ, ਮੈਨੂੰ ਇੱਕ ਆਪਣਾ ਨਾਮ ਹੀ ਬਖਸ਼ਿਸ਼ ਕਰ ਦਿਓ। ਦਇਆ ਸਿੰਘ ਫਿਰ ਇਸ਼ਕ ਦੀ ਸੇਜ ਉੱਤੇ, ਵਾਸਲ ਹੱਕ ਹੋ ਹੱਕ ਦੇ ਨਾਲ ਕੋਈ। ਪਰਮਾਤਮਾ ਨਾਲ ਪਿਆਰ ਕਰ। 44 ਸਾਲ ਦੀ ਉਮਰ ਉਹ ਚੱਲੀ ਆ, ਅਜੇ ਵੀ ਪਰਮਾਤਮਾ ਨਾਲ ਜੁੜ। ਗਈ ਉਮਰ 44ਵੇਂ ਸਾਲ ਦੀ ਏ, ਕਿਉਂ ਮੋੜਿਆ ਮੁਖ ਭਗਵਾਨ ਵੱਲੋਂ। ਤੂੰ ਹੀ ਤੂੰ ਕਦੰਤ ਨਾ ਕਿਹਾ ਮੂੰਹੋਂ, ਗੂੰਗਾ ਹੋ ਗਿਆ ਦੇਖ ਜ਼ੁਬਾਨ ਵੱਲੋਂ। ਉਮਰ ਤੇਰੀ 44 ਸਾਲਾਂ ਦੀ ਹੋ ਗਈ ਆ, ਅਜੇ ਵੀ ਭਗਵਾਨ ਵੱਲੋਂ ਮੁੱਖ ਮੋੜਿਆ ਹੋਇਆ। ਆਪਣੇ ਇਸ ਮੁੱਖ ਤੋਂ ਕਦੇ ਤੂੰ ਹੀ ਨਹੀਂ ਕਿਹਾ, ਗੂੰਗਾ ਹੋਇਆ ਰਿਹਾ। ਕੀਤਾ ਕਦੀ ਸਤ ਸੰਗ ਨਾ ਸਾਧੂਆਂ ਦਾ, ਬੋਲੇ ਕੰਨ ਹੈ ਕਥਾ ਸੁਨਾਨ ਵੱਲੋਂ। 68 ਤੀਰਥ ਹੁੰਦਿਆਂ ਰਿਹਾ ਮੈਲਾ, ਪਾਪੀ ਵਾਂਝਿਆਂ ਗਿਆ ਇਸ਼ਨਾਨ ਵੱਲੋਂ। ਕਦੇ ਸਾਧੂਆਂ ਦਾ ਸਤਸੰਗ ਨਹੀਂ ਕੀਤਾ। ਕਥਾ ਸੁਣਨ ਵਾਲੇ ਪਾਸਿਓਂ ਕੰਨ ਤੇਰੇ ਬੋਲੇ ਰਹੇ ਹਨ। 68 ਤੀਰਥਾਂ ਦੇ ਹੁੰਦਿਆਂ ਵੀ ਮੈਲਾ ਰਹਿ ਗਿਆ। ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਿਆਂ ਵੀ ਮਨ ਦੀ ਮੈਲ ਨਾ ਲੱਥ ਸਕੀ, ਗੁਰੂ ਦੇ ਗਿਆਨ ਵਿੱਚ ਇਸ਼ਨਾਨ ਨਾ ਕੀਤਾ। ਜਿਹਨੇ ਕੁਦਰਤਾਂ ਨਾਲ ਕਲਬੂਤ ਘੜਿਆ, ਬੈਠਾ ਮੁਖੜਾ ਮੋੜ ਤਰਖਾਣ ਵੱਲੋਂ। ਦੌਲਤ ਹੁੰਦਿਆਂ ਧਰਮ ਨਾ ਕਰੇ ਪਾਪੀ, ਰੋਕ ਛੱਡਿਆ ਹੱਥ ਨੂੰ ਦਾਨ ਵੱਲੋਂ। ਹੋਇਆ ਨਹੀਂ ਬਵੇਕ ਵੈਰਾਗ ਪੈਦਾ, ਕਰੇ ਕਿਸ ਤਰ੍ਹਾਂ ਤਰਕ ਜਹਾਨ ਵੱਲੋਂ। ਉੱਪਰ ਇਹਦੇ ਤਿਮਰ ਆਵਰਨ ਛਾਇਆ, ਵਾਂਝੀ ਆਤਮਾ ਬ੍ਰਹਮ ਗਿਆਨ ਵੱਲੋਂ। ਕਿਸੇ ਨਾਲ ਨਾ ਖੁੱਲ੍ਹ ਕੇ ਬਾਤ ਕੀਤੀ, ਸੋਬਤ ਗਈ ਹਿੰਦੂ ਮੁਸਲਮਾਨ ਵੱਲੋਂ। ਪਵੇ ਦਿਰਮ ਕਰੋੜ ਦਾ ਰੋਜ਼ ਘਾਟਾ, ਕੋਈ ਖਰਚ ਨਾ ਨਫੇ ਨੁਕਸਾਨ ਵੱਲੋਂ। ਆਏ ਰਹਿਮ ਨਾ ਰੱਬ ਦੀ ਖਲਕ ਉੱਤੇ, ਡਰਿਆ ਜਰਾ ਨਾ ਕਦੀ ਰਹਿਮਾਨ ਵੱਲੋਂ। ਬੱਦਾ ਲੱਕ ਹਰਾਮ ਤੇ ਜ਼ਾਲਮਾਂ ਓਏ,
ਕਸਮ ਚੁੱਕ ਲਈ ਸਿਦਕ ਈਮਾਨ ਵੱਲੋਂ। ਬਾਦਸ਼ ਬਦਤ ਸ਼ਿਰ ਕਦੀ ਕਰੇਦ ਫਸੀਰ ਸਾਰੀ। ਦਹਿਸ਼ਤ ਨਾ ਕਰ ਇਲਮ ਕੁਰਾਨ ਵੱਲੋਂ। ਆਖੇ ਕੌਣ ਮੇਰੇ ਵਰਗਾ ਵਿੱਚ ਦੁਨੀਆ। ਭਰਿਆ ਫਖਰ ਤੇ ਕਿਬਰ ਗੁਮਾਨ ਵੱਲੋਂ। ਜ਼ਾਲਮ ਮਤ ਪ੍ਰਤੀਤ ਨਾ ਪਤ ਕੋਈ। ਭਲੇ ਬੁਰੇ ਦੀ ਪਰਖ ਪਛਾਣ ਵੱਲੋਂ। ਦਇਆ ਸਿੰਘ ਨਾ ਰੱਬ ਨੂੰ ਦੋਸ਼ ਕੋਈ। ਬਸ ਵਿਗੜਦੀ ਗੱਲ ਇਨਸਾਨ ਵੱਲੋਂ। ਸਾਰਾ ਦੋਸ਼ ਇਹਦੇ ਵਿੱਚ ਹੀ ਆ। ਪਰਮਾਤਮਾ ਤੇ ਹਰ ਸਮੇਂ ਰਹਿਮਤਾਂ ਤੇ ਬਖਸ਼ਿਸ਼ਾਂ ਕਰਨ ਵਾਸਤੇ ਤਿਆਰ ਆ। ਦੱਦੈ ਦੋਸ਼ ਨਾ ਦਿਉ ਕਿਸੈ। ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨਾ। 45 ਸਾਲਾਂ ਦੀ ਉਮਰ ਹੋ ਜਾਂਦੀ ਆ। ਗਈ ਉਮਰ 45ਵੇਂ ਸਾਲ ਦੀ ਏ। ਪੜ੍ਹੀ ਕਿਤੇ ਨਾ ਤੂੰ ਕਲਾਮ ਮੀਆਂ। ਆਲਮ ਹੋਏ ਕਿ ਦਿਲਮ ਦੀ ਪੰਡ ਬੰਨੀ। ਚੁੱਕਿਆ ਮੁਫਤ ਕਿਤਾਬਾਂ ਦਾ ਭਾਰ ਮੀਆਂ। ਜਿਹੜੀ ਇਲਮ ਕਲਾਮ ਨੇ ਗੱਲ ਆਖੀ। ਦਿੱਤੀ ਤੁਧ ਨੇ ਮਨੋ ਵਿਸਾਰ ਮੀਆਂ। ਕਿੰਨਾ ਝਗੜਿਆਂ ਵਾਸਤੇ ਇਲਮ ਪੜ੍ਹਿਆ। ਦਿਲੋਂ ਸਮਝਿਆ ਕਸਬ ਰੁਜ਼ਗਾਰ ਮੀਆਂ। ਜਿਹੜੇ ਇਲਮ ਚੋਂ ਇਸ਼ਕ ਵਸੂਲ ਹੁੰਦਾ। ਉਹ ਕੀ ਜਾਣਦੇ ਪੁਰਸ਼ ਗਵਾਰ ਮੀਆਂ। ਮਤਲਬ ਇਹ ਸਦਾ ਪੁੱਛ ਲੈ ਮੁਰਸ਼ਦਾਂ ਤੋਂ। ਗੁੱਝੀ ਰਮਜ ਕਿਤਾਬ ਚੋਂ ਬਾਹਰ ਮੀਆਂ। ਉਹਨਾਂ ਠੱਪ ਕੇ ਰੱਖਿਆ ਬੁੱਤਖਾਨਾ। ਜਿਨ੍ਹਾਂ ਲੱਭਿਆ ਇਲਮ ਦੀ ਸਾਰ ਮੀਆਂ। ਤਿੱਕਰ ਪੜ੍ਹਨ ਪੜ੍ਹਾਉਣ ਦੀ ਰਹੇ ਵਾਦੀ। ਜਿਚਰ ਜਹਿਨ ਹੈ ਵਿੱਚ ਬੇਦਾਰ ਮੀਆਂ। ਬੇਖੁਦ ਹੋ ਗਿਆ ਇਸ਼ਕ ਦੀ ਸੇਜ ਉੱਤੇ। ਵਾਸਲ ਹੱਕ ਨੂੰ ਮਿਲ ਗਿਆ ਯਾਰ ਮੀਆਂ। ਪੜ੍ਹ ਹਟ ਫਜ਼ਾਂ ਇਸ਼ਕ ਵਿੱਚ ਗੁੱਟ ਹੋਊ। ਹੁੰਦੇ ਕੰਮ ਨਾ ਕਿਸੇ ਤੋਂ ਚਾਰ ਮੀਆਂ। ਸੁਮਨ ਬੁੱਕ ਮਊਮਿਨ ਸੇਜ ਉੱਤੇ। ਹੋ ਗਏ ਚੁੱਪ ਨਾ ਕਰਨ ਗੁਫਤਾਰ ਮੀਆਂ। ਉਹਨਾਂ ਵਾਸਤੇ ਕਲਬ ਕਲਬੂਤ ਮੱਕਾ। ਹੱਜ ਹੋ ਗਿਆ ਸੈਂਕੜੇ ਵਾਰ ਮੀਆਂ। ਪੜ੍ਹਦੇ ਆਏ ਤਾਂ ਸੱਚੇ ਕੁਰਾਨ ਦੀਆਂ। ਚਾਰੋਂ ਤਰਫ ਦੇਖਣ ਪਰਵਦਗਾਰ ਮੀਆਂ। ਰੰਗ ਜਿਨ੍ਹਾਂ ਨੂੰ ਚੜ੍ਹ ਗਿਆ ਰੱਬ ਵਾਲਾ। ਕਿਸੇ ਵਕਤ ਨਾ ਹੋਏ ਉਤਾਰ ਮੀਆਂ। ਜਿਨ੍ਹਾਂ ਨੂੰ ਪ੍ਰਮਾਤਮਾ ਦਾ ਰੰਗ ਚੜ੍ਹ ਗਿਆ ਉਹ ਫਿਰ ਲੱਥਦਾ ਨਹੀਂ। ਲਾਲ ਰੰਗ ਜਿਸ ਕੋ ਲੱਗਾ ਸੋਈ ਵੱਡ ਭਾਗਾ। ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਰਹਿੰਦੇ ਅੰਦਰ ਮਜਦ ਤੇ ਦਸਤ ਖਾਲੀ। ਦੌਲਤ ਦੱਬ ਕੇ ਲੱਖ ਹਜ਼ਾਰ ਮੀਆਂ। ਨਹੀਂ ਚੋਰ ਚਕਾਰ ਨੂੰ ਭੇਦ ਦਿੰਦੇ। ਕੋਲ ਜਿਨ੍ਹਾਂ ਦੇ ਲਾਲ ਜਵਾਰ ਮੀਆਂ। ਖੇਲ ਖੇਲਣਾ ਕੰਨਿਆਂ ਕੁੰਡੀਆਂ ਦੀ। ਜਦੋਂ ਮਿਲ ਗਿਆ ਅਸਲ ਪਧਾਰ ਮੀਆਂ। ਤਿਚਰ ਪੜ੍ਹੀਏ ਜੁਮੇ ਨਰਾਜ ਰੋਜੇ। ਖੜਾ ਇਸ਼ਕ ਦੇ ਬਾਹਰ ਉਰਾਰ ਮੀਆਂ। ਜਦੋਂ ਇਸ਼ਕ ਦੇ ਵਿੱਚ ਮਦ ਗਮ ਹੁੰਦਾ। ਭੁੱਲ ਜਾਵਦੀ ਸ਼ਰ੍ਹਾ ਦੀ ਕਾਰ ਮੀਆਂ। ਮੰਜ਼ਲ ਇਸ਼ਕ ਦੇ ਵਿੱਚ ਫਨਾ ਹੁੰਦੇ। ਕਾਮ ਕ੍ਰੋਧ ਮੋਹ ਲੋਭ ਹੰਕਾਰ ਮੀਆਂ। ਪਾਉਂਦੇ ਮਜ਼ਾ ਹਮੇਸ਼ ਹੀ ਜ਼ਿੰਦਗੀ ਦਾ। ਜਿਹੜੇ ਜੀਵਦੇ ਬਣ ਸਰਦਾਰ ਮੀਆਂ। ਮਖਫੀ ਰਾਜ ਦਾ ਤੂਲ ਦਰਜ ਡਾਢਾ। ਆਸ਼ਕ ਸਮਝਦੇ ਭੇਦ ਇਸਰਾਰ ਮੀਆਂ। ਉਹ ਕੀ ਭਲਾ ਪਛਾਣਦੇ ਭਾਂਡਿਆਂ ਨੂੰ। ਅੱਖੀਂ ਦੇਖਿਆ ਨਾ ਜਿਨ੍ਹਾਂ ਘੁਮਿਆਰ ਮੀਆਂ। ਤੈਨੂੰ ਕਸਮ ਹੈ ਦੇਖ ਅਜਮੈਸ਼ ਕਰਦੇ। ਦਿਲ ਦਿੱਤਿਆਂ ਮਿਲੇ ਦਿਲਦਾਰ ਮੀਆਂ।
ਜਿਹੜੇ ਦਿਲਾਂ ਨਾਲ ਫਿਰਨ ਸਫੈਦ ਕਰਦੇ, ਛੱਡਦੇ ਮੁਖ ਨੂੰ ਜੰਦਰਾ ਮਾਰ ਮੀਆਂ। ਉਹ ਵੀ ਉਹਨਾਂ ਦਾ ਜ਼ਿਕਰ ਜਕਾਰ ਕਰਦਾ, ਉਹਦਾ ਕਰਨ ਜੋ ਜ਼ਿਕਰ ਸ਼ਿਕਾਰ ਮੀਆਂ। ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨੇ, ਪਰਮਾਤਮਾ ਉਹਨਾਂ ਨਾਲ ਪਿਆਰ ਕਰਦਾ। ਫਜ਼ਕ ਕਰਨ ਤੇ ਅਜਕ ਕਰਮ ਦੇਖੀ, ਯਾਦ ਕਰਦਿਆਂ ਕਰੇ ਕਰਤਾਰ ਮੀਆਂ। ਜਿਹਦਾ ਹਿਜਰ ਕਰੀਏ ਉਹ ਵੀ ਹਿਜਰ ਕਰਦਾ, ਖਿੱਚ ਦਿਲਾਂ ਨੂੰ ਦਿਲਾਂ ਦੇ ਪਿਆਰ ਮੀਆਂ। ਦਿਲ ਦਿਲਾਂ ਦੀ ਗੱਲ ਨੂੰ ਬੁੱਝ ਲੈਂਦੇ, ਦਿਲ ਜਾਣਦੇ ਰਮਜ਼ ਦੀ ਤਾਰ ਮੀਆਂ। ਦਿਲ ਦਿਲਾਂ ਨੂੰ ਸੁਪਨਿਆਂ ਵਿੱਚ ਮਿਲਦੇ, ਲੈਣ ਵਸਲ ਦੀ ਰਾਤ ਗੁਜ਼ਾਰ ਮੀਆਂ। ਦਿਲ ਦਿਲਾਂ ਨੂੰ ਬਖਸ਼ਦੇ ਤੰਦਰੁਸਤੀ, ਦਿਲ ਦਿਲਾਂ ਨੂੰ ਜਾਮ ਦੇ ਮਾਰ ਮੀਆਂ। ਦਿਲ ਦਿਲਾਂ ਨੂੰ ਸਾੜ ਕੇ ਭਸਮ ਕਰਦੇ, ਦਿਲ ਦਿਲਾਂ ਨੂੰ ਦੇਵ ਦਾ ਠਾਰ ਮੀਆਂ। ਦਿਲ ਦਿਲਾਂ ਨੂੰ ਵੇਖ ਕੇ ਹੋਣ ਰਾਜ਼ੀ, ਰੱਬ ਦੇ ਪਿਆਰਿਆਂ ਨੂੰ ਮਿਲੀਏ ਸਾਡੇ ਦਿਲ ਰਾਜ਼ੀ ਹੁੰਦੇ ਨੇ। ਚੰਗਿਆਂ ਦੇ ਨਾਲ ਮਿਲੀਏ ਅਸੀਂ ਚੰਗੇ ਹੋ ਜਾਂਦੇ ਹਾਂ। ਦਿਲ ਦਿਲਾਂ ਨੂੰ ਵੇਖ ਕੇ ਹੋਣ ਰਾਜ਼ੀ, ਦਿਲ ਦਿਲਾਂ ਨੂੰ ਰਹਿਣ ਬੇਜ਼ਾਰ ਮੀਆਂ। ਦਿਲ ਦਿਲਾਂ ਤੋਂ ਰਹਿਣ ਗੁਲਾਮ ਹੋ ਕੇ, ਦਿਲ ਦਿਲਾਂ ਦੇ ਬਣੇ ਸਰਦਾਰ ਮੀਆਂ। ਕਰਦੇ ਲੋਕ ਜਹਾਨ ਤੇ ਨਕਦ ਸੌਦੇ, ਹੁੰਦੇ ਦਿਲਾਂ ਦੇ ਵਣਜ ਉਧਾਰ ਮੀਆਂ। ਦਿਲ ਦਿਲਾਂ ਨੂੰ ਤੁਰਤ ਖਰੀਦ ਲੈਂਦੇ, ਦਿਲ ਦਿਲਾਂ ਦੇ ਕਰਨ ਵਪਾਰ ਮੀਆਂ। ਦਿਲ ਦਿਲਾਂ ਦੇ ਵਾਸਤੇ ਲੈਣ ਫੋਟੋ, ਲੈਂਦੇ ਦਿਲਾਂ 'ਚੋਂ ਨਕਸ਼ ਉਤਾਰ ਮੀਆਂ। ਦਿਲ ਦਿਲਾਂ ਦਾ ਖੰਡ ਤੇ ਖੀਰ ਹੋਏ, ਦਿਲ ਦਿਲਾਂ ਦੇ ਚੰਦ ਪਰਵਾਰ ਮੀਆਂ। ਦਇਆ ਸਿੰਘ ਨਿਭਾਵਦੇ ਦਿਲੋਂ ਲਾ ਕੇ, ਦਿਲ ਦਿਲਾਂ ਦੇ ਕੋਲ ਇਕਰਾਰ ਮੀਆਂ। ਇੱਥੇ ਚੇਤਾ ਆ ਜਾਂਦਾ ਬਾਬਾ ਬਿਧੀ ਚੰਦ ਜੀ ਦਾ। ਉਹਨਾਂ ਨੂੰ ਇੱਕ ਫਕੀਰ ਨੇ ਕਿਹਾ ਸੀ ਵੀ ਜਦੋਂ ਮੈਂ ਆਖਰੀ ਸਮੇਂ ਜਾਣਾ ਹੋਵੇ ਤਾਂ ਤੁਸੀਂ ਮੇਰੇ ਨਾਲ ਜਾਓਗੇ? ਬਾਬਾ ਜੀ ਕਹਿਣ ਲੱਗੇ ਜਾਵਾਂਗਾ। ਜਦੋਂ ਉਹਨੇ ਸਰੀਰ ਛੱਡਣਾ ਸੀ ਉਹਦੇ ਕੋਲ ਚਲੇ ਗਏ ਅਤੇ ਇਕੱਠਿਆਂ ਸਰੀਰ ਛੱਡਿਆ। 46ਵੇਂ ਸਾਲ ਦਾ ਹਵਾਲ, ਜਦੋਂ ਬੰਦੇ ਦੀ ਉਮਰ 46 ਸਾਲ ਹੋ ਜਾਂਦੀ ਆ। ਚੱਲੀ ਉਮਰ 46ਵੇਂ ਸਾਲ ਦੀ ਏ, ਸ਼ਰਾ ਆਖ ਵੀ ਕਰੀ ਧਿਆਨ ਮੀਆਂ। ਛੇਤੀ ਉੱਠ ਕੇ ਪੜ੍ਹ ਨਮਾਜ਼ ਲੈ ਤੂੰ, ਮਿਲੀ ਸੁਬਾ ਦੇ ਵਕਤ ਅਜ਼ਾਨ ਮੀਆਂ। ਇਸ ਨਮਾਜ਼ ਤੋਂ ਸਭ ਕੁਝ ਪਾਵਨਾ ਏ, ਹੁਕਮ ਆ ਗਿਆ ਵਿੱਚ ਕੁਰਾਨ ਮੀਆਂ। ਫਿਨਲ ਲਾਹਾ ਕੁਸ਼ ਕਰਨ ਅਲੀਮ ਦੇਈ, ਅੰਨਾ ਅੱਲਾ ਨੇਕੀਆਂ ਦਾ ਕਦਰਦਾਰ ਮੀਆਂ। ਵਾਹੋ ਵਲਖ ਲਾਕੁਲ ਅਲੀਮ ਅਕਬਰ, ਜਿਹਨੇ ਸਾਜਿਆ ਮੁਲਕ ਜਹਾਨ ਮੀਆਂ। ਉਸ ਸੱਚੇ ਰੱਬ ਦਾ ਨਾਮ ਪੜ੍ਹ ਤੂੰ, ਕੰਮਾਂ ਸਾਡਿਆਂ ਨੂੰ ਰਿਹਾ ਜਾਨ ਮੀਆਂ। ਕੁਛ ਛਾਏ ਨਾ ਕਦੀ, ਕੁਛ ਛਾਏ ਨਾ ਕਦੀ, ਰੱਬੇ ਮਿਸਾਲ ਕਾਦਰ। ਕੁਦਰਤ ਦੇਖ ਕੇ ਆਪ ਸੁਬਹਾਨ ਮੀਆਂ। ਬੰਦਾ ਹੋਏ ਕੇ ਬੰਦਗੀ ਛੱਡ ਬੈਠੋ, ਸ਼ੁਕਰ ਰੱਬ ਦਾ ਕਰਨ ਹੈਵਾਨ ਮੀਆਂ। ਸਾਰੇ ਰੱਬ ਦਾ ਭਜਨ ਕਰਦੇ ਆ, ਸਾਰੇ ਰੱਬ ਦਾ ਸ਼ੁਕਰ ਕਰਦੇ ਆ, ਫਿਰ ਤੂੰ ਕਿਉਂ ਨਹੀਂ ਕਰਦਾ? ਸਭੇ ਰੱਬ ਦਾ ਭਜਨ ਪੁਕਾਰ ਕਰਦੇ, ਸਭੇ ਲੋਕ ਤੇ ਜਿਮੀ ਅਸਮਾਨ ਮੀਆਂ। ਜ਼ਿਕਰ ਰੱਬ ਦਾ ਜੰਗਲੀ ਮਿਰਗ ਕਰਦੇ, ਜਿਹੜੇ ਘਾਸ ਪਲਾਸ ਨੂੰ ਖਾਨ ਮੀਆਂ। ਦੇਖ ਬੰਦਗੀ ਰੱਬ ਦੀ ਕਰਨ ਪੰਛੀ, ਹਮਦ ਆਖਦੇ ਨਾਲ ਜ਼ੁਬਾਨ ਮੀਆਂ। ਜ਼ਿਕਰ ਉਸ ਦਾ ਮਿਹਰ ਤੇ ਮਾਹ ਕਰਦੇ, ਵਿੱਚ ਮੁਲਕ ਦੇ ਕਰਨ ਚਨਾਨ ਮੀਆਂ। ਸੂਰਜ ਚੰਦਰਮਾ ਵੀ ਪਰਮਾਤਮਾ ਦਾ ਜ਼ਿਕਰ ਕਰਦੇ ਆ, ਸਿਫਤ ਕਰਦੇ ਆ। ਜ਼ਿਕਰ ਉਸ ਦਾ ਵੇਖੇ ਸ਼ਬ ਕਦਰ ਕਰਦੀ, ਖੜੇ ਬਿਰਸ਼ ਵੀ ਸਿਰ ਝੁਕਾਨ ਮੀਆਂ।
ਹਰ ਸ਼ੈ ਉਸ ਦਾ ਜ਼ਿਕਰ ਜਕਾਰ ਕਰਦੀ। ਕਿਹਦਾ ਖੋਲ ਕੇ ਕਰਾਂ ਬਿਆਨ ਮੀਆਂ, ਕੀਤਾ ਖਲਕ ਦਾ ਦੇਖ ਸਰਦਾਰ ਤੈਨੂੰ, ਦਿੱਤਾ ਏਤਨਾ ਮਰਤਬਾ ਜਾਨ ਮੀਆਂ। ਤੂੰ ਕਿਉਂ ਰੱਬ ਨੂੰ ਦਿਲੋਂ ਵਿਸਾਰ ਦਿੱਤਾ, ਹੋਇਆ ਸਮਝ ਕੇ ਬਾਤਨ ਦਾਨ ਮੀਆਂ। ਦਇਆ ਸਿੰਘ ਤੂੰ ਜ਼ਿਕਰ ਜਕਾਰ ਕਰ ਲੈ, ਜ਼ਿਕਰ ਜਿਚਰ ਘਟ ਮੈਂ ਤੇਰੇ ਪ੍ਰਾਣ ਮੀਆਂ। ਜਿੰਨਾ ਚਿਰ ਤੇਰੇ ਸਰੀਰ 'ਚ ਪ੍ਰਾਣ ਚੱਲਦੇ ਆ, ਪਰਮਾਤਮਾ ਦਾ ਜ਼ਿਕਰ ਕਰੀ ਚੱਲ, ਵਾਹਿਗੁਰੂ ਦੀਆਂ ਵਡਿਆਈਆਂ ਕਰਦਾ ਹੀ ਰਿਹਾ ਕਰ। 47ਵਾਂ ਸਾਲ ਹੋ ਜਾਂਦਾ ਜ਼ਿੰਦਗੀ ਦਾ। ਗਈ ਉਮਰ 47ਵੇਂ ਸਾਲ ਦੀਏ, ਸਾਰੇ ਚਾਵਦੇ ਐਸ਼ ਉਡਾਵਣੇ ਨੂੰ। ਕਰਦੇ ਕਰਮ ਹੈ ਦੋਜ ਕੀ ਜਾਣ ਵਾਲੇ, ਚਾਹੁੰਦੇ ਚਿੱਤ ਬਹਿਸ਼ਤ ਦੇ ਜਾਵਣੇ ਨੂੰ। ਕੰਮ ਕਰਦਾ ਹੈ ਨਰਕਾਂ ਵਿੱਚ ਜਾਣ ਦੇ, ਚਾਹੁੰਦਾ ਸਵਰਗਾਂ ਵਿੱਚ ਚਲੇ ਜਾਵਾਂ। ਭਗਤੀ ਭਲਾ ਭਗਵਾਨ ਦਾ ਕਰੇ ਕਿਹੜਾ, ਸੱਚੇ ਚਾਹਲਦੇ ਭਗਤ ਕਹਾਵਣੇ ਨੂੰ। ਭਗਵਾਨ ਦੀ ਭਗਤੀ ਕਰਦਾ ਨਹੀਂ, ਆਪਣੇ ਆਪ ਨੂੰ ਭਗਤ ਖਵਾਉਣਾ ਚਾਹੁੰਦਾ। ਐ ਪਰ ਸਾਧਨਾ ਸਾਧਨੀ ਬੜੀ ਔਖੀ, ਹਰ ਕੋਈ ਚਾਹੁੰਦਾ ਸੰਤ ਹੋ ਜਾਵਣੇ ਨੂੰ। ਪਾਪੀ ਚਿੱਤ ਮਜ਼ੂਰੀਓਂ ਦੌੜਦਾ ਏ, ਐ ਪਰ ਚਾਹੁੰਦਾ ਚੂਰੀਆਂ ਖਾਵਣੇ ਨੂੰ। ਬਣਨਾ ਚਾਹੁੰਦਾ ਸ਼ਮਸ ਤਬਰੇਜ਼ ਵਰਗਾ, ਦਿਲ ਨਾ ਚਾਹੁੰਦਾ ਖਲ ਲੁਹਾਵਣੇ ਨੂੰ। ਸੂਲੀ ਵਾਂਗ ਮਨਸੂਰ ਦੇ ਚੜੇ ਕਿਹੜਾ, ਐਨਲ ਹੱਕ ਕਹਿ ਬਹੁਤ ਫੁਰਮਾਵਣੇ ਨੂੰ। ਔਖਾ ਬ੍ਰਹਮ ਨਾਲ ਬ੍ਰਹਮ ਦਾ ਰੂਪ ਹੋਣਾ, ਬ੍ਰਹਮ ਅਸਮੀ ਕਹਿਣ ਕਹਾਵਣੇ ਨੂੰ। ਮੈਂ ਪਰਮਾਤਮਾ ਹੀ ਹਾਂ, ਪਰਮਾਤਮਾ ਦਾ ਰੂਪ ਹੀ ਹਾਂ। ਇਹ ਕਹਿਣਾ ਬੜਾ ਸੌਖਾ ਹੈ, ਪਰ ਉਸ ਪਰਮਾਤਮਾ ਦੇ ਵਿੱਚ ਇੱਕ-ਮਿਕ ਹੋਣਾ ਬਹੁਤ ਕਠਿਨ ਆ। ਸਾਰੇ ਚਾਹੁਣ ਸਰਮਦ ਦੀ ਰੀਸ ਕਰਨੀ। ਸਰਮਦ ਫਕੀਰ ਦੀ ਰੀਸ, ਬਹੁਤ ਚੰਗਾ ਮੁਸਲਮਾਨ ਭਗਤ ਹੋਇਆ ਰੱਬ ਦਾ। ਸਾਰੇ ਉਹਦੀ ਰੀਸ ਕਰਨੀ ਚਾਹੁੰਦੇ ਆ, ਪਰ ਉਹਨੇ ਤਾਂ ਆਪਣਾ ਸਿਰ ਵਢਾ ਲਿਆ ਸੀ, ਪਰ ਔਰੰਗਜ਼ੇਬ ਦੇ ਅੱਗੇ ਝੁਕਿਆ ਨਹੀਂ ਸੀ। ਔਰੰਗਜ਼ੇਬ ਜਾ ਰਿਹਾ ਸੀ ਹਾਥੀ ਦੀ ਸਵਾਰੀ ਕਰਕੇ, ਜਿਹੜਾ ਸਰਮਦ ਫਕੀਰ ਸੀ ਇਹ ਨੰਗਾ ਹੀ ਬੈਠਾ ਸੀ। ਇਹਨੂੰ ਔਰੰਗਜ਼ੇਬ ਦੇ ਸਿਪਾਹੀਆਂ ਨੇ ਇੱਕ ਸਰੂਪਾ ਦਿੱਤਾ ਵੀ ਆਪਣੇ ਤੇੜ ਬੰਨ੍ਹ ਲਾ, ਨੰਗਾ ਨਾ ਫਿਰ। ਇਹਨੇ ਉਹ ਸਰੂਪਾ ਆਪਣੇ ਸਿਰ ਦੇ ਉੱਤੇ ਬੰਨ੍ਹ ਲਿਆ। ਸਿਪਾਹੀ ਕਹਿਣ ਲੱਗੇ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ, ਤੂੰ ਨੰਗਾ ਤੁਰਿਆ ਫਿਰਦਾ। ਇਹ ਕਹਿੰਦਾ ਤੁਸੀਂ ਮੂਰਖ ਹੋ, ਜਿਹੜਾ ਸਰੂਪਾ ਉਹ ਮਿਲੇ ਉਹਨੂੰ ਸਿਰ ਦੇ ਉੱਤੇ ਬੰਨੀਦਾ, ਉਹਨੂੰ ਤੇੜ ਥੋੜ੍ਹੀ ਬੰਨੀਦਾ। ਸਮਾਂ ਗੁਜ਼ਰਦਾ ਗਿਆ, ਹੱਕ ਸੱਚ ਦੀ ਗੱਲ ਕਰਦਾ ਰਿਹਾ, ਕਿਸੇ ਅੱਗੇ ਝੁਕਿਆ ਨਾ, ਆਖਰ ਇਹਦਾ ਸਿਰ ਵੱਢ ਦਿੱਤਾ ਗਿਆ। ਸਰਮੱਦ ਕਹਾਉਣਾ ਕੋਈ ਸੌਖਾ ਨਹੀਂ। ਸਾਰੇ ਚਾਹੁਣ ਸਰਮੱਦ ਦੀ ਰੀਸ ਕਰਨੀ, ਦਿਲ ਨਹੀਂ ਚਾਹੁੰਦੇ ਸੀਸ ਵਢਾਵਣੇ ਨੂੰ। ਮੋਇਆ ਬਾਜ ਨਾ ਕਾਇਮ ਹਯਾਤ ਹੋਵੇ, ਦਿਲ ਨਹੀਂ ਚਾਹੁੰਦਾ ਆਪਾ ਗਵਾਵਣੇ ਨੂੰ। ਔਖਾ ਇਲਮ ਤੇ ਅਮਲ ਅਮਾਲ ਕਰਨਾ, ਦਾਵਾ ਸਖਣਾ ਪੜ੍ਹਨ ਪੜ੍ਹਾਵਣੇ ਨੂੰ। ਪ੍ਰਗਟ ਤੁਰਤ ਜਹਾਨ ਦੇ ਵਿੱਚ ਹੋਵੇ, ਐਬੀ ਚਾਹੁੰਦਾ ਐਬ ਛੁਪਾਵਣੇ ਨੂੰ। ਪੜ੍ਹਨਾ ਪੜ੍ਹਾਉਣਾ ਸੌਖਾ ਹੈ, ਪਰ ਉਹਦੇ ਉੱਤੇ ਅਮਲ ਕਰਨਾ ਬੜਾ ਔਖਾ। ਜਿਹੜੇ ਵੀ ਅਸੀਂ ਐਬ ਕੀਤੇ ਹੋਣ ਸੰਸਾਰ ਵਿੱਚ ਉਹ ਪ੍ਰਗਟ ਹੋਈ ਜਾਂਦੇ ਨੇ, ਛੁਪਦੇ ਨਹੀਂ। ਪਿੱਛੇ ਖੌਫ ਸਰਕਾਰ ਦਾ ਮਾਰਦਾ ਏ, ਹਰ ਕੋਈ ਚਾਹੁੰਦਾ ਲੁੱਟ ਲੈ ਜਾਵਣੇ ਨੂੰ। ਬਿਨਾਂ ਸ਼ਿਸ਼ਤ ਗੋਲੀ ਨਹੀਂ ਵੱਜਦੀ ਏ, ਸਭੇ ਚਾਹੁੰਦੇ ਰਫਲ ਚਲਾਵਣੇ ਨੂੰ। ਹਰ ਕੋਈ ਚਾਹੁੰਦਾ ਮੈਂ ਵੀ ਲੁੱਟ ਕੇ ਲੈ ਜਾਵਾਂ, ਮੈਂ ਵੀ ਲੁੱਟ ਕੇ ਲੈ ਜਾਵਾਂ, ਬਸ ਸਰਕਾਰ ਦਾ ਡਰ ਮਾਰਦਾ। ਜਿੰਨਾ ਚਿਰ ਨਿਸ਼ਾਨਾ ਨਾ ਲਾਉਣਾ ਆਉਂਦਾ ਹੋਵੇ ਉਹਨਾਂ ਚਿਰ ਗੋਲੀ ਨਹੀਂ ਚੱਲਦੀ। ਇੱਛਾ ਤਾਂ ਸਾਰਿਆਂ ਦੇ ਮਨ 'ਚ ਹੁੰਦੀ ਆ, ਪਰ ਹਰ ਕੰਮ ਦਾ ਅਭਿਆਸ ਅਤੇ ਪ੍ਰੈਕਟਿਸ ਕਰਨੀ ਪੈਂਦੀ ਆ। ਗੁਰੂ ਦੀ ਬਖਸ਼ਿਸ਼ ਵਾਸਤੇ ਵੀ ਮਿਹਨਤ ਕਰਨੀ ਪੈਂਦੀ, ਗੁਰੂ ਦੀ ਬਾਣੀ ਪੜ੍ਹਨੀ, ਉੱਤੇ ਅਮਲ ਕਰਨਾ ਪੈਂਦਾ। ਬਿਨਾਂ ਮਿਹਨਤ ਕੁਝ ਨਹੀਂ ਮਿਲਦਾ। ਸਾਰੇ ਚਾਹੁੰਦੇ ਨੇ ਹਰੀ ਚੰਦ ਬਣੀਏ, ਦਿਲ ਨਾ ਚਾਹੁੰਦਾ ਰਾਜ ਲੁਟਾਵਣੇ ਨੂੰ। ਉਧਰ ਚੰਦਰੀ ਕਬਰ ਉਡੀਕਦੀ ਏ, ਚਾਵੇ ਚਿੱਤ ਅਟਾਰੀਆਂ ਪਾਵਣੇ ਨੂੰ। ਹਰ ਕੋਈ ਹਰੀ ਚੰਦ ਰਾਜਾ ਬਣਨਾ ਚਾਹੁੰਦਾ। ਇੱਕ ਸਾਡੀ ਕਵਿਤਾ ਵਾ, ਉਹ ਅਸੀਂ ਵਿਆਹ ਦੇ ਸਮੇਂ ਗਾਉਂਦੇ ਹੁੰਦੇ ਹਾਂ।
ਵਿਆਹ ਦੇ ਸਮੇਂ ਜਦੋਂ ਕਿਸੇ ਦੀਆਂ ਲਾਵਾਂ ਹੁੰਦੀਆਂ ਨਾ, ਉਦੋਂ ਅਸੀਂ ਉਹ ਕਵਿਤਾ ਗਾਉਂਦੇ ਹਾਂ, ਅਤੇ ਉਸ ਕਵਿਤਾ ਦੇ ਵਿੱਚ ਜ਼ਿਕਰ ਆਇਆ ਵਾ ਕਿ ਜਿਹੜਾ ਲਾੜਾ ਨਾ, ਲਾੜਾ ਬਣੇ ਹਰੀ ਚੰਦ ਰਾਜਾ। ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਵੀ ਜਿਹੜਾ ਬੱਚਾ ਵਿਆਹ ਵਾਲਾ ਇਹ ਹਰੀ ਚੰਦ ਰਾਜੇ ਵਰਗਾ ਬਣ ਜਾਵੇ। ਪਰ ਉਹਨੇ ਵਿਚਾਰੇ ਨੇ ਕਿੱਥੋਂ ਬਣਨਾ? ਜਿਹੜਾ ਹਰੀ ਚੰਦ ਸੀ ਉਹਨੇ ਤਾਂ ਆਪਣਾ ਸਾਰਾ ਰਾਜ ਹੀ ਦਾਨ ਕਰ ਦਿੱਤਾ ਸੀ, ਸਾਰਾ ਕੁਝ ਹੀ ਦਾਨ ਪੁੰਨ ਕਰ ਦਿੱਤਾ ਸੀ, ਅਤੇ ਅਸੀਂ ਕਿੰਨਾ ਕੁ ਦਾਨ ਪੁੰਨ ਕਰ ਸਕਦੇ ਹਾਂ? ਇਸ ਵਾਸਤੇ ਇਹ ਉਦਾਹਰਨਾਂ ਹਨ। ਉੱਦਾਂ ਦਾ ਬਣਨਾ ਬੜਾ ਕਠਿਨ ਆ। ਉਹਨੇ ਤਾਂ ਆਪਣਾ ਸਾਰਾ ਹੀ ਰਾਜ ਭਾਗ ਲੁਟਾ ਦਿੱਤਾ ਸੀ। ਇਸ ਵਾਸਤੇ ਹਰੀ ਚੰਦ ਰਾਜਾ ਕਿੰਨੇ ਬਣ ਜਾਣਾ? ਕਬਰ ਉਡੀਕਦੀ ਪਈ ਆ, ਇਹ ਅਟਾਰੀਆਂ ਪਾਉਣ ਦਾ ਸੋਚਦਾ। ਸਾਰੇ ਚਾਮਦੇ ਨੇ ਹਰੀ ਚੰਦ ਬਣੀਏ, ਦਿਲ ਨਾ ਚਾਮਦਾ ਰਾਜ ਲੁਟਾਵਣੇ ਨੂੰ। ਉਧਰ ਚੰਦਰੀ ਕਬਰ ਉਡੀਕਦੀ ਏ, ਚਾਵੇ ਚਿੱਤ ਅਟਾਰੀਆਂ ਪਾਵਣੇ ਨੂੰ। ਗੁਰੂ ਦੀ ਬਖਸ਼ਿਸ਼ ਵੀ ਲੈਣੀ ਚਾਹੁੰਦੇ ਹਾਂ, ਗੁਰੂ ਦੇ ਆਖੇ ਵੀ ਨਹੀਂ ਲੱਗਦੇ। ਅਸੀਂ ਚਾਹੁੰਦੇ ਸ਼ਾਇਦ ਰੁਪਈਏ ਪੈਸੇ ਦੇ ਕੇ ਗੁਰੂ ਜੀ ਨੇ ਖੁਸ਼ ਹੋ ਜਾਣਾ। ਅਖੰਡ ਪਾਠ ਸਾਹਿਬ ਕਰਵਾ ਲੈਂਦੇ ਹਾਂ, ਫਿਰ ਅਰਦਾਸ ਹੁੰਦੀ ਆ। ਅਰਦਾਸ ਵਿੱਚ ਇਹ ਮੰਗਿਆ ਜਾਂਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵੀ ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾ ਦਾਨ ਬਖਸ਼ੋ, ਕੇਸਾਂ ਦਾ ਦਾਨ ਬਖਸ਼ੋ। ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕਰਵਾਇਆ ਹੁੰਦਾ, ਦਾੜੀ ਕਟਵਾ ਕੇ ਆਏ ਹੁੰਦੇ ਆ, ਅਤੇ ਜਾ ਕੇ ਮਹੀਨੇ ਬਾਅਦ ਫਿਰ ਕਟਾ ਦਿੰਦੇ ਜਦੋਂ ਵੱਧ ਜਾਂਦੀ ਆ। ਅਰਦਾਸ 'ਚ ਮੰਗਦੇ ਜੀ ਕੇਸਾਂ ਦਾ ਦਾਨ ਦਿਓ, ਵੀ ਮਹਾਰਾਜ ਦਾਨ ਦੇਣਾ ਚਾਹੁੰਦੇ, ਤੁਸੀਂ ਲੈਣਾ ਹੀ ਨਹੀਂ ਚਾਹੁੰਦੇ। ਕਿਵੇਂ ਗੁਰੂ ਦੀਆਂ ਬਖਸ਼ਿਸ਼ਾਂ ਹੋਣ? ਦੋ ਦੋ ਰੁੱਖੀ ਚਾਲ ਚੱਲਦੇ ਅਸੀਂ। ਸਾਰੇ ਚਾਮਦੇ ਨੇ ਹਰੀ ਚੰਦ ਬਣੀਏ, ਗੁਰੂ ਦੀਆਂ ਬਖਸ਼ਿਸ਼ਾਂ ਲੈਣੀਆਂ ਚਾਹੁੰਦੇ ਹਾਂ। ਇਹਨੇ ਜੀ ਘਿਓ ਦੇ ਪੀਪੇ ਲਿਆ ਦਿੱਤੇ, ਖੰਡ ਦੀਆਂ ਬੋਰੀਆਂ ਲਿਆ ਦਿੱਤੀਆਂ। ਇਹਨਾਂ ਨੇ ਜੀ ਸਾਰੇ ਗੁਰਦੁਆਰੇ 'ਚ ਪੱਥਰ ਲਵਾ ਦਿੱਤਾ, ਇਹਨੇ ਗੇਟ ਲਵਾ ਦਿੱਤਾ, ਇਹਨੇ ਕਮਰਾ ਪਵਾ ਦਿੱਤਾ, ਪੱਖੇ ਲਵਾ ਦਿੱਤੇ ਆ, ਅਤੇ ਸਰੋਪਾ ਪਵਾ ਲੈਂਦੇ ਆ। ਇੱਦਾਂ ਗੁਰੂ ਦੀਆਂ ਬਖਸ਼ਿਸ਼ਾਂ ਨਹੀਂ ਹੁੰਦੀਆਂ। ਗੁਰੂ ਦੀਆਂ ਦਿੱਤੀਆਂ ਚੀਜ਼ਾਂ ਗੁਰੂ ਨੂੰ ਦੇ ਦਿੰਦੇ ਆ। ਉਹ ਤੇ ਤਾਂ ਮਹਾਰਾਜ ਨੇ ਖੁਸ਼ ਹੋਣਾ ਜੇ ਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲੀਏ, ਜੇ ਚੰਗੇ ਇਨਸਾਨ ਬਣੀਏ ਤਾਂ ਗੱਲ ਬਣਨੀ ਆ। ਇਸ ਤਰ੍ਹਾਂ ਦਾਨ ਪੁੰਨ ਕੀਤਿਆਂ ਕੁਛ ਨਹੀਂ ਹੁੰਦਾ। ਕਹਿ ਜ਼ਰੂਰ ਸਟੇਜਾਂ 'ਤੇ ਦਿੰਦੇ, ਇਹ ਜੀ ਬੜੇ ਦਾਨੀ ਹੈ, ਬੜੇ ਗੁਰਮੁਖ ਨੇ, ਇਹ ਸਾਰਾ ਪਰਿਵਾਰ ਆ, ਇਹਨਾਂ ਨੂੰ ਜਦੋਂ ਫੋਨ ਕਰੀਏ ਬਾਹਰਲੇ ਦੇਸ਼ 'ਚੋਂ ਪੈਸੇ ਭੇਜ ਦਿੰਦੇ ਆ। ਪਰ ਇਹਨਾਂ ਚੀਜ਼ਾਂ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਗੁਰੂ ਦੀ ਜੇ ਬਖਸ਼ਿਸ਼ ਲੈਣੀ, ਉਹਦੇ ਵਾਸਤੇ ਸਾਬਤ ਸੂਰਤ, ਦਸਤਾਰ ਸਿਰਾ, ਕੋਈ ਨਿਤਨੇਮ ਦੇ ਧਾਰਨੀ, ਬਾਣੀ ਪੜ੍ਹਨੀ, ਚੰਗੇ ਇਨਸਾਨ ਵੀ ਬਣਨਾ ਪੈਂਦਾ। ਸਾਰੇ ਚਾਮਦੇ ਨੇ ਹਰੀ ਚੰਦ ਬਣੀਏ, ਦਿਲ ਨਾ ਚਾਮਦਾ ਰਾਜ ਲੁਟਾਵਣੇ ਨੂੰ। ਉਧਰ ਚੰਦਰੀ ਕਬਰ ਉਡੀਕਦੀ ਏ, ਚਾਵੇ ਚਿੱਤ ਅਟਾਰੀਆਂ ਪਾਵਣੇ ਨੂੰ। ਮੁੜਦੀ ਨਹੀਂ ਤਕਦੀਰ ਦੀ ਕਲਮ ਵਾਹੀ, ਸਾਰੇ ਚਾਮਦੇ ਲਿਖੀ ਮਿਟਾਵਣੇ ਨੂੰ। ਦਇਆ ਸਿੰਘ ਨਾ ਮੌਤ ਦਾ ਮਿਲੇ ਦਾਰੂ, ਬੰਦਾ ਚਾਮਦਾ ਉਮਰ ਵਧਾਵਣੇ ਨੂੰ। ਤਕਦੀਰ ਦੀ ਲਿਖੀ ਹੋਈ ਜਿਹੜੀ ਕਲਮ ਹੈ ਨਾ, ਉਹ ਮਿਟਦੀ ਨਹੀਂ। ਸਾਰੇ ਚਾਹੁੰਦੇ ਵੀ ਉਹਨੂੰ ਮੇਟ ਦਈਏ, ਕਿਸੇ ਜੋਤਸ਼ੀ ਕੋਲ, ਕਿਸੇ ਸਿਆਣੇ ਕੋਲ ਚਲੇ ਜਾਈਏ, ਪਰ ਇਸ ਮੌਤ ਦਾ ਦਾਰੂ ਕੋਈ ਨਹੀਂ ਮਿਲਦਾ। ਬੰਦਾ ਚਾਹੁੰਦਾ ਜ਼ਰੂਰ ਮੇਰੀ ਉਮਰ ਵੱਧ ਜਾਵੇ। 48ਵੇਂ ਸਾਲ ਦੇ ਵਿੱਚ ਕੀ ਕੁਝ ਹੋ ਜਾਂਦਾ? 48 ਸਾਲ ਦੀ ਉਮਰ ਹੋ ਜਾਂਦੀ ਆ, ਅਜੇ ਵੀ ਕੁਝ ਨਹੀਂ ਸਮਝਦਾ। ਗੁਜ਼ਰ ਗਿਆ 48ਵਾਂ ਸਾਲ ਐਵੇਂ, ਤੈਂ ਨਾ ਸਿਮਰਿਆ ਨਾਮ ਕਰਤਾਰ ਦਾ ਸੀ। ਅੱਗੇ ਗਏ ਨੂੰ ਰੱਬ ਨੇ ਪੁੱਛਣਾ ਈ, ਦੁਨੀਆ ਵਿੱਚ ਕੀ ਕਹਿਰ ਗੁਜ਼ਾਰਦਾ ਸੀ। ਰਈਅਤ ਅਸਾਂ ਦੀ ਵਿੱਚ ਫਤੂਰ ਪਾਇਆ, ਨਹੀਂ ਰੱਖਿਆ ਖੌਫ ਸਰਕਾਰ ਦਾ ਸੀ। ਖਾਧਾ ਲੁੱਟ ਗਰੀਬ ਤੇ ਆਜ਼ਜ਼ਾਂ ਨੂੰ, ਵਿੱਚ ਤੁਧ ਦੇ ਜ਼ੋਰ ਹੰਕਾਰ ਦਾ ਸੀ। ਪਰਮਾਤਮਾ ਪੁੱਛੇਗਾ, ਕੀ ਜਵਾਬ ਦੇਵੇਂਗਾ? ਗਰੀਬਾਂ ਨੂੰ ਲੁੱਟ ਕੇ ਖਾਂਦਾ ਰਿਹਾ, ਉਹਨਾਂ ਦੇ ਕੋਲੋਂ ਥੋੜ੍ਹੇ ਪੈਸਿਆਂ ਦੇ ਉੱਤੇ ਮਜ਼ਦੂਰੀ ਕਰਾਉਂਦਾ ਰਿਹਾ। ਕੀ ਪਰਮਾਤਮਾ ਨੂੰ ਜਵਾਬ ਦੇਵੇਂਗਾ? ਜਦੋਂ ਹਿਸਾਬ ਕਿਤਾਬ ਹੋਵੇਗਾ। ਰੱਬ ਦੀ ਖਲਕਤ ਨੂੰ ਦੁਖੀ ਕੀਤਾ, ਤੰਗ ਪਰੇਸ਼ਾਨ ਕੀਤਾ। ਇੱਥੇ ਵੀ ਲੋਕ ਇਸ ਤਰ੍ਹਾਂ ਕਰਦੇ ਆ, ਕਈ ਵਾਰੀ ਕੰਮ ਕਰਵਾਈ ਜਾਂਦੇ ਆ, ਕੰਮ ਕਰਵਾਉਣ ਵਾਲਿਆਂ ਦੇ ਪੈਸੇ ਨਹੀਂ ਦਿੰਦੇ, ਜਾਂ ਮਜ਼ਦੂਰੀਆਂ ਬਹੁਤ ਘੱਟ ਦਿੰਦੇ ਆ।
ਕਈ ਲੋਕਾਂ ਨੇ ਆਪਣੇ ਘਰ 'ਚ ਕੰਮਾਂ ਵਾਲੇ ਪੱਕੇ ਹੀ ਰੱਖੇ ਹੋਏ ਆ, ਬਸ ਉਹਨਾਂ ਨੂੰ ਰੋਟੀ ਦਿੰਦੇ ਆ, ਸਾਰਾ ਦਿਨ ਉਹਨਾਂ ਨੂੰ ਪਸ਼ੂਆਂ ਵਾਂਗੂ ਰੱਖਦੇ ਆ, ਕੰਮ ਕਰਵਾਈ ਜਾਓ, ਪੱਠੇ ਪਾਈ ਜਾਓ, ਖੇਤੀਬਾੜੀ ਕਰੀ ਜਾਓ, ਰੋਟੀ ਖਾਈ ਜਾਓ। ਉਹਦੇ ਵੱਲ ਧਿਆਨ ਨਹੀਂ ਦਿੰਦੇ ਵੀ ਇਹਨਾਂ ਦੀ ਕਦਰ ਕਰਨੀ ਵੀ ਸਾਡਾ ਫਰਜ਼ ਬਣਦਾ। ਇੱਥੇ ਵੀ ਇੱਦਾਂ ਵਾ, ਵਿਦੇਸ਼ਾਂ ਦੇ ਵਿੱਚ ਵੀ ਇੱਦਾਂ ਹੀ ਆ, ਕੰਮ ਕਰਵਾਈ ਜਾਂਦੇ ਆ। ਜਦੋਂ ਸਾਡੇ ਸਟੂਡੈਂਟ ਬੱਚੇ ਵਗੈਰਾ ਕਹਿੰਦੇ ਜੀ ਮੇਰੇ ਪੈਸੇ ਦੇ ਦਿਓ, ਕਈ ਦਿਨ ਲਾਰੇ ਲਾਈ ਜਾਂਦੇ, ਉਹਨਾਂ ਦੇ ਪੈਸੇ ਨਹੀਂ ਦਿੰਦੇ। ਕਈ ਲੋਕ ਘੱਟ ਮਜ਼ਦੂਰੀਆਂ ਦੇ ਉੱਤੇ ਕੰਮ ਕਰਵਾਉਂਦੇ ਆ, ਕਈ ਠੇਕੇਦਾਰ ਹੁੰਦੇ ਆ, ਉਹ ਕੰਪਨੀ ਦੇ ਕੋਲੋਂ ਜ਼ਿਆਦਾ ਪੈਸੇ ਲੈਂਦੇ, ਅੱਗੇ ਜਿਹੜੇ ਬੰਦਿਆਂ ਕੋਲੋਂ ਕਰਵਾਉਂਦੇ ਉਹਨਾਂ ਨੂੰ ਬਹੁਤ ਘੱਟ ਦਿੰਦੇ ਆ। ਇੱਕ ਦਿਨ ਅਸੀਂ ਕਿਸੇ ਬੰਦੇ ਨੂੰ ਐਵਸਫੋਰਡ ਏਅਰਪੋਰਟ ਦੇ ਉੱਤੇ ਜਹਾਜ਼ੇ ਚੜਾਉਣ ਗਏ। ਮੇਰੇ ਨਾਲ ਭਾਈ ਦਲਜੀਤ ਸਿੰਘ ਸੀ, ਰਾਜੋ ਕਿਆ ਪਿੰਡ ਉਹਨਾਂ ਦਾ, ਅਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਉਹ ਨਾ ਇਹਦੇ ਬਿਲਕੁਲ ਸੜਕ ਦੇ ਨਾਲ ਅਮਰੀਕਾ ਦਾ ਬਾਰਡਰ ਆ, ਆਪਾਂ ਬਿਲਕੁਲ 0 ਐਵੀਨਿਊ ਦੇ ਉੱਤੇ ਸਫ਼ਰ ਕਰਦੇ ਪਏ ਹਾਂ, ਅਤੇ ਇਹ ਤੋਂ ਅਗਲੇ ਪਾਸੇ ਜਿਹੜਾ ਅਮਰੀਕਾ ਦਾ ਬਾਰਡਰ ਆ, ਅਤੇ ਇਹਦੇ ਉੱਤੇ ਇੱਕ ਬੰਦੇ ਦੀ ਕੋਠੀ ਆ ਬੜੀ ਵੱਡੀ। ਕਹਿੰਦਾ ਇਹ ਜਿਹੜਾ ਬੰਦਾ ਵਾ ਨਾ, ਇਹ ਲੋਕਾਂ ਕੋਲੋਂ ਕੰਮ ਕਰਵਾ ਲੈਂਦਾ ਸੀ, ਸਟੂਡੈਂਟਾਂ ਵਿਦਿਆਰਥੀਆਂ ਦੇ ਕੋਲੋਂ ਕੰਮ ਕਰਵਾ ਲੈਂਦਾ ਸੀ, ਉਹਨਾਂ ਦੇ ਪੈਸੇ ਨਹੀਂ ਸੀ ਦਿੰਦਾ ਹੁੰਦਾ। ਫਿਰ ਇਸ ਬੰਦੇ ਨੇ ਤਾਂ ਪਾਪਾਂ ਦੀ ਕਮਾਈ ਕਰ ਕਰਕੇ ਨਾ ਬਹੁਤ ਵੱਡੀ ਕੋਠੀ ਪਾਈ। ਕਹਿੰਦਾ ਉਹ ਜਿਹੜੀ ਸਾਹਮਣੇ ਦਿਸਦੀ ਆ ਨਾ, ਇਹ ਉਸ ਬੰਦੇ ਦੀ ਕੋਠੀ, ਅਮਰੀਕਾ ਦੇ ਬਾਰਡਰ ਦੇ ਉੱਤੇ, ਇੱਕ ਪਾਸੇ ਕੈਨੇਡਾ ਇੱਕ ਪਾਸੇ ਅਮਰੀਕਾ, ਅਤੇ ਉੱਥੇ ਉਹਦੀ ਕੋਠੀ ਆ। ਅਤੇ ਕਹਿੰਦਾ ਫਿਰ ਇੱਦਾਂ ਹੋਇਆ ਵੀ ਇਹਦਾ ਨਾ, ਇਹਨੇ ਲੋਕਾਂ ਦਾ ਬੜਾ ਖੂਨ ਚੂਸਿਆ, ਲੋਕਾਂ ਦਾ ਬੜਾ ਹੱਕ ਮਾਰਿਆ। ਫਿਰ ਇਹਦਾ ਨਾ ਇੱਕੋ ਇੱਕ ਬੇਟਾ ਸੀ, ਉਹ ਚੜ੍ਹਾਈ ਕਰ ਗਿਆ, ਹੁਣ ਲੈ ਕੇ ਕੋਠੀ ਬੈਠਾ ਰਵੇ। ਇਹੋ ਜਿਹੀਆਂ ਲੋਕਾਂ ਦੀਆਂ ਕਹਾਣੀਆਂ, ਪਰ ਤਾਂ ਵੀ ਸਾਡੇ ਲੋਕ ਸਮਝਦੇ ਨਹੀਂ। ਗੁਜ਼ਰ ਗਿਆ 48ਵਾਂ ਸਾਲ ਐਵੇਂ, ਕਿਹੜੀ ਗੱਲ ਕਰੀਏ ਵੀ ਕੰਨਾਂ ਨੂੰ ਹੱਥ ਲਾਉਣ ਵਾਲੀ ਗੱਲ ਆ। ਜਿਵੇਂ ਜਿਵੇਂ ਬੰਦਾ ਅਮੀਰ ਹੁੰਦਾ ਜਾਂਦਾ, ਤਿਵੇਂ ਉਹਦੀ ਭੁੱਖ ਵੱਧਦੀ ਜਾਂਦੀ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਭੁੱਖ ਓਨੀ ਜ਼ਿਆਦਾ ਵੱਧਦੀ ਜਾਣੀ ਆ। ਮੇਰੇ ਨਾਲ ਇੱਦਾਂ ਦੀ ਹੱਡ ਬੀਤੀ ਇੱਕ, ਉਹ ਮੈਨੂੰ ਐਕਸਪਲੇਨ ਕਰਨ ਵਾਸਤੇ ਕਈ ਵਾਰੀ ਸੁਣਾਉਣੀ ਪੈਂਦੀ ਆ। ਮੈਨੂੰ ਕਿਸੇ ਨੇ ਟੈਲੀਫੋਨ ਕੀਤਾ ਵੀ ਸਾਡੇ ਕੋਲ ਨਾ ਇੱਕ ਪਾਠੀ ਸਿੰਘ ਘੱਟ ਆ, ਅਤੇ ਸਾਡੇ ਨਾਲ ਅਖੰਡ ਪਾਠ ਸਾਹਿਬ ਕਰਵਾ ਦਿਓ। ਮੈਂ ਕਿਹਾ ਜੀ ਠੀਕ ਆ। ਜਿਸ ਗੁਰਦੁਆਰਾ ਸਾਹਿਬ ਮੈਂ ਰਹਿੰਦਾ ਸਾਂ, ਉਸ ਗੁਰਦੁਆਰਾ ਸਾਹਿਬ 5 ਅਖੰਡ ਪਾਠ ਸਾਹਿਬ ਅਸੀਂ ਆਰੰਭ ਕੀਤੇ। ਪਰ ਮੈਂ ਉਹਨਾਂ ਨੂੰ ਕਿਹਾ ਜੀ ਸੌਰੀ, ਮੈਂ ਨਾ ਕਿਸੇ ਨਾਲ ਵਾਅਦਾ ਕਰ ਬੈਠਾ, ਕਿਸੇ ਨੂੰ ਜ਼ੁਬਾਨ ਦੇ ਦਿੱਤੀ ਆ ਵੀ ਮੈਂ ਤੁਹਾਡੇ ਨਾਲ ਪਾਠ ਕਰਵਾ ਦਾਂਗਾ, ਤਾਂ ਕਰਕੇ ਮੈਂ ਆਪਣੇ ਗੁਰਦੁਆਰੇ ਡਿਊਟੀ ਨਹੀਂ ਲਾ ਸਕਦਾ, ਮੈਨੂੰ ਫਲਾਨੀ ਥਾਂ ਜਿਹੜਾ ਉਹ ਲਾਉਣ ਵਾਸਤੇ ਡਿਊਟੀ ਜਾਣਾ ਪੈਣਾ। ਕਿੰਗ ਜੌਰਜ ਦੇ ਉੱਤੇ ਦੂਰ ਸੀ ਘਰ ਕਿਤੇ, ਉੱਥੇ ਮੈਂ ਚਲਿਆ ਗਿਆ। ਜਿਹੜਾ ਬੰਦਾ ਠੇਕੇਦਾਰ ਸੀ ਨਾ, ਅਖੰਡ ਪਾਠਾਂ ਦੇ ਵੀ ਠੇਕੇਦਾਰ ਹੁੰਦੇ ਨੇ, ਜਿੱਦਾਂ ਬਾਕੀ ਕੰਮਾਂ ਦੇ ਠੇਕੇਦਾਰ ਹੁੰਦੇ ਆ। ਜਿਹੜਾ ਬੰਦਾ ਵਿੱਚ ਠੇਕੇਦਾਰ ਸੀ, ਅਤੇ ਉਹਨੇ ਮੈਨੂੰ ਫੋਨ ਕਰਕੇ ਸੱਦ ਲਿਆ, ਜੀ ਆ ਜਾਓ ਜੀ, ਕਿਹੜੀ ਡਿਊਟੀ, ਕਿੱਦਾਂ, ਸਾਰੀ ਸੇਵਾ। ਬਜ਼ੁਰਗ ਬੰਦਾ, ਬੁੱਢਾ, ਉੱਥੇ ਪਤਾ ਨਹੀਂ PRK ਕਿਹੜਾ, ਅਤੇ ਪੈਨਸ਼ਨ ਵੀ ਲੱਗੀ, ਅਤੇ ਸਾਰੇ ਬੱਚੇ ਸੈਟਲ, ਅਤੇ ਸਾਰਾ ਕੁਝ। ਬਜ਼ੁਰਗ ਬੰਦਾ, ਉਹਨਾਂ ਜੀ ਸਪੀਕਰ ਚੁੱਕੀ ਫਿਰੇ, ਆਪਣਾ ਹੀ ਸਾਊਂਡ, ਵੀ ਘਰ 'ਚ ਸਾਊਂਡ ਵੀ ਆਪਣਾ ਲਾਵਾਂ, ਉਹਦੇ ਪੈਸੇ ਵੀ ਮੈਨੂੰ ਆਉਣ। ਚਲੋ ਉਹਦਾ ਲਾਲਚ ਆ, ਉਹਦੀ ਮਿਹਨਤ ਆ। ਵੈਸੇ ਸਰਕਾਰ ਬੰਦੇ ਨੂੰ ਰਿਟਾਇਰ ਤਾਂ ਕਰਦੀ ਆ ਵੀ ਥੋੜ੍ਹਾ ਜਿਹਾ ਨਾ ਬੰਦਾ ਰਿਲੈਕਸ ਹੋ ਜਾਵੇ, ਵੀ ਇਹਨੇ ਬਹੁਤ ਕਮਾਈ ਕਰ ਲਈ ਆ, ਹੁਣ ਥੋੜ੍ਹਾ ਜਿਹਾ ਨੋਰਮਲ ਜ਼ਿੰਦਗੀ ਜੀ ਲਵੇ। ਪਰ ਸਾਡੇ ਲੋਕ ਰਿਟਾਇਰ ਹੋ ਕੇ ਫਿਰ ਨੌਕਰੀ ਲੱਭਦੇ ਆ। ਸਾਡੇ ਲੋਕ ਇੰਨੀ ਲੰਬੀ ਜੌਬ ਕਰਕੇ ਵੀ ਕਹਿੰਦੇ ਵੀ ਨਹੀਂ, ਮੈਨੂੰ ਕੋਈ ਨਾ ਕੋਈ ਨੌਕਰੀ ਦਿਓ, ਮੈਂ ਉੱਥੇ ਬੈਂਕ ਦੇ ਅੱਗੇ ਬੰਦੂਕ ਫੜ ਕੇ ਖਲੋਤਾ ਰਿਹਾ ਕਰੂੰਗਾ, ਭਾਵੇਂ ਮੈਨੂੰ ਚਪੜਾਸੀ ਰੱਖ ਲਓ। ਇਸ ਤਰ੍ਹਾਂ ਬੰਦਾ ਕਦੇ ਨਹੀਂ ਉਹ ਚਾਹੁੰਦਾ ਬਸ ਮੈਂ ਕਿਸੇ ਨਾ ਕਿਸੇ ਤਰ੍ਹਾਂ ਪੈਸਾ ਕਮਾਈ ਜਾਵਾਂ। ਬਜ਼ੁਰਗ ਬੰਦਾ ਉੱਥੇ ਪਤਾ ਨਹੀਂ PRK, ਸਾਰਾ ਉਹਨੂੰ ਪੈਨਸ਼ਨਾਂ ਲੱਗੀਆਂ, ਸਾਰਾ ਕੁਝ। ਲੋਕਾਂ ਦੇ ਘਰਾਂ 'ਚ ਨਾ ਤਾਰਾਂ ਵਿਛਾਉਂਦਾ ਫਿਰੇ, ਸਪੀਕਰ ਵੀ ਆਪਣਾ ਰੱਖਿਆ, ਅਤੇ ਮਹਾਰਾਜ ਦੀ ਪਾਲਕੀ ਸਾਹਿਬ ਵੀ ਆਪਣੀ ਰੱਖੀ, ਉਹ ਜਿਹੜੇ ਡੰਡੇ ਹੁੰਦੇ ਆ ਨਾ, ਪਾਈਪਾਂ, ਉਹ ਵੀ ਆਪਣੀਆਂ ਰੱਖੀਆਂ, ਵੀ ਸਾਰਾ ਕੁਝ ਮੇਰਾ ਹੀ। ਉਹਨਾਂ ਲੋਕਾਂ ਦਾ ਵੱਸ ਨਹੀਂ ਚੱਲਦਾ, ਨਹੀਂ ਤਾਂ ਮਹਾਰਾਜ ਦਾ ਸਰੂਪ ਵੀ ਆਪਣਾ ਹੀ ਰੱਖ ਲੈਣ, ਵੀ ਅਸੀਂ ਉਹ ਲੈ ਜਾਵਾਂਗੇ, ਅਤੇ ਜਿੰਨੇ ਮਹਾਰਾਜ ਲੋਕ ਮੱਥੇ ਟੇਕਣਗੇ ਉਹ ਪੈਸੇ ਵੀ ਸਾਡੇ। ਮੈਂ ਡਿਊਟੀ 'ਤੇ ਬੈਠਾ, ਅਤੇ ਉਹਨਾਂ ਘਰਦਿਆਂ ਨਾਲ ਗੱਲ ਕਰੇ, ਅਤੇ ਮੇਰੇ ਕੰਨੀਓ ਖਬਰ ਪੈ ਗਈ। ਕਹਿੰਦਾ ਵੀ ਜਦੋਂ ਇਹ ਜਿਹੜੇ ਤੁਹਾਡੇ ਘਰ 5 ਪਾਠੀ ਸਿੰਘ ਅਖੰਡ ਪਾਠ ਸਾਹਿਬ ਕਰ ਰਹੇ ਆ, ਇਹਨਾਂ ਨੂੰ ਭੇਟਾ ਤਾਂ ਤੁਸੀਂ ਦੇਣੀ ਆ, ਪਰ ਇਹ ਦੂਰੋਂ ਦੁਰੇਡੋਂ ਆਏ ਆ, ਇਹਨਾਂ ਨੂੰ ਨਾ $100 ਵੱਧ ਦੇ ਦਿਓ। ਮੈਂ ਕਿਹਾ ਚਲੋ ਠੀਕ ਹੈ, ਚੰਗੀ ਗੱਲ ਆ। ਭੋਗ 'ਤੇ ਮੈਨੂੰ ਕੋਈ ਕੰਮ ਸੀ, ਮੈਂ ਉਹ ਵਾਪਸ ਚਲਿਆ ਗਿਆ। ਭੋਗ ਪੈ ਗਿਆ,
ਬਾਅਦ 'ਚ ਮੈਨੂੰ ਬੰਦੇ ਨੂੰ, ਬਜ਼ੁਰਗ ਬੰਦੇ ਨੂੰ, ਜਿਹੜਾ ਠੇਕੇਦਾਰ ਜਥੇਦਾਰ ਸੀ, ਫੋਨ ਕੀਤਾ। ਮੈਂ ਕਿਹਾ ਵੀ ਉਹ ਕਹਿੰਦੇ ਵੀ $100 ਪਾਠੀ ਸਿੰਘਾਂ ਨੂੰ ਲੱਗ ਦੇਣਾ ਸੀ। ਉਹ ਜੀ ਜਿਹੜਾ ਜਥੇਦਾਰ ਸੀ ਉਹਨੇ ਰੱਖ ਲਿਆ। ਉਹ ਕਹਿੰਦਾ ਸੀ ਮੈਂ ਕੜਾਹ ਪ੍ਰਸ਼ਾਦ ਵੀ ਬਣਾਉਣਾ ਵਾ, ਮੈਂ ਅਰਦਾਸਾਂ ਵੀ ਸਾਰੀਆਂ ਕਰਨੀਆਂ ਵਾ, ਤਾਂ ਕਰਕੇ ਉਹ ਸਾਰਾ ਮੇਰਾ ਹੀ ਹੱਕ ਬਣਦਾ। ਮੈਂ ਬਾਅਦ 'ਚ ਜਥੇਦਾਰ ਨੂੰ ਫੋਨ ਕੀਤਾ। ਮੈਂ ਕਿਹਾ ਜੀ ਮਹਾਰਾਜ ਕਹਿੰਦੇ ਕਿਸੇ ਦਾ ਹੱਕ ਨਹੀਂ ਖਾਈਦਾ, ਵੀ ਕੀ ਤੁਸੀਂ ਸਾਰੇ ਸਿੰਘਾਂ ਦੇ ਜਿਹੜੇ ਪੈਸੇ ਇਕੱਲੇ ਰੱਖ ਗਏ ਹੋ? ਉਹ ਕਹਿੰਦਾ ਵੀ ਮੈਂ ਤੇ ਮਹਾਰਾਜ ਦੇ ਸਨਮੁਖ ਹੋ ਕੇ ਕਹਿੰਦਾ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕੀਤਾ। ਜਿਹੜਾ ਵੱਡਾ ਜਥੇਦਾਰ ਆ ਨਾ, ਇਹ ਸਾਰੇ ਕੰਮ ਉਹੀ ਇੱਦਾਂ ਦੇ ਕਰਦਾ। ਉਹ ਲੋਕਾਂ ਦੇ ਪੈਸੇ ਵੀ ਖਾਈ ਜਾਂਦੇ ਆ, ਜਿਹੜੇ ਮਤਲਬ ਕਿਸੇ ਨੂੰ ਦਿੱਤੇ ਜਾਂਦੇ ਉਹਦੇ ਵਿੱਚੋਂ ਵੀ ਖਾ ਜਾਂਦੇ ਆ। ਸਮਝਦੇ ਨੇ ਵੀ ਅਸੀਂ ਵੀ ਲੇਖਾ ਦੇਣਾ, ਪਰਾਇਆ ਹੱਕ ਖਾਈ ਜਾਂਦੇ, ਇਸ ਤਰ੍ਹਾਂ ਕਰਦੇ ਨੇ। ਇੰਨੀ ਲੰਬੀ ਉਮਰ ਹੁੰਦੀ ਬੰਦੇ ਦੀ, ਕਦੀ ਜਿਹੜੀ ਨਾ ਉਹ ਜਿਹੜੀ ਤ੍ਰਿਸ਼ਨਾ ਬੁੱਝਦੀ ਨਹੀਂ ਆ। ਗੁਜ਼ਰ ਗਿਆ 48ਵਾਂ, ਅਤੇ ਇਹ ਵੇਖੋ ਮੇਰੇ ਵਾਸਤੇ ਇੱਕ ਸਾਖੀ ਬਣ ਗਈ, ਇੱਕ ਹੱਡ ਬੀਤੀ ਬਣ ਗਈ ਵੀ ਇੱਦਾਂ ਦੇ ਲੋਕ ਸੱਚਮੁੱਚ ਅੱਜ ਵੀ ਹਨ। ਇਹ ਨਾ ਸੋਚਿਓ ਵੀ ਜਿਹੜੇ ਪਾਠ ਕਰਨ ਵਾਲੇ ਆ ਵੀ ਇਹ ਸ਼ਾਇਦ ਬੜੇ ਸੁਧਰ ਗਏ ਆ। ਇਹ ਲੋਕ ਵੀ ਇਸ ਤਰ੍ਹਾਂ ਕਰਦੇ ਆ। ਇਹ ਵੀ ਠੇਕੇ 'ਤੇ ਕੰਮ ਕਰਵਾ ਲੈਂਦੇ ਆ, ਵਿੱਚੋਂ ਪੈਸੇ ਖਾ ਜਾਂਦੇ ਆ। ਕਈ ਤਰ੍ਹਾਂ ਦੇ ਸੌਦੇ ਹੁੰਦੇ ਆ। ਜਦੋਂ ਆ ਗੁਰਪੁਰਬਾਂ ਦੇ ਦਿਨ ਹੁੰਦੇ ਆ, ਹੁਣ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਉਣਾ, ਪਾਠੀ ਸਿੰਘ ਨਹੀਂ ਲੱਭਣੇ। ਉਹਨਾਂ ਨੇ ਵੀ ਡਿਊਟੀਆਂ ਲਾਈ ਜਾਂਦੀਆਂ ਜਿਹਨਾਂ ਨੂੰ ਜਪਜੀ ਸਾਹਿਬ ਵੀ ਨਹੀਂ ਪੜ੍ਹਨਾ ਆਉਂਦਾ, ਉਹਨਾਂ ਨੇ ਵੀ ਲਾਈ ਜਾਣੀਆਂ। ਇੰਨੀ ਅਸੀਂ ਬੇਅਦਬੀ ਕਰਦੇ ਹਾਂ ਵੀ ਭਲਿਓ। ਇਹਦੇ 'ਤੇ ਮੈਂ ਇੱਕ ਵਾਰੀ ਮੇਰੀ ਇੰਟਰਵਿਊ ਹੋਈ ਸੀ PTC ਪੰਜਾਬੀ ਚੈਨਲ ਦੇ ਉੱਤੇ, ਅਤੇ ਉਹ ਸਾਰੀਆਂ ਗੱਲਾਂ ਦਾ ਉੱਥੇ ਮੈਂ ਜ਼ਿਕਰ ਕੀਤਾ। ਜ਼ਰੂਰੀ ਥੋੜ੍ਹਾ ਵੀ ਜਦੋਂ ਗੁਰਪੁਰਬ ਆ ਉਦੋਂ ਹੀ ਅਖੰਡ ਪਾਠ ਕਰਾਉਣਾ, ਉਸ ਤੋਂ ਅੱਗੋਂ ਪਿੱਛੋਂ ਕਰ ਲਓ, ਸਹਿਜ ਪਾਠ ਕਰ ਲਓ। ਬਹੁਤ ਕੁਝ ਹੋ ਰਿਹਾ ਅੰਦਰ ਖਾਤੇ। ਗੁਜ਼ਰ ਗਿਆ, ਫਿਰ ਰੇਟ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ। ਰਾਗੀਆਂ ਢਾਡੀਆਂ ਦੇ ਕਥਾਵਾਚਕਾਂ ਦੇ ਕਿੰਨੇ ਪੈਸੇ ਲਓਗੇ, ਕੀ ਬੜਾ ਕੁਛ ਹੁੰਦਾ। ਗੁਜ਼ਰ ਗਿਆ 48ਵਾਂ ਸਾਲ ਐਵੇਂ, ਤੈ ਨਾ ਸਿਮਰਿਆ ਨਾਮ ਕਰਤਾਰ ਦਾ ਸੀ। ਅੱਗੇ ਗਏ ਨੂੰ ਰੱਬ ਨੇ ਪੁੱਛਣਾ ਈ, ਦੁਨੀਆ ਵਿੱਚ ਕੀ ਕਹਿਰ ਗੁਜ਼ਾਰਦਾ ਈ। ਰਈਅਤ ਅਸਾਂ ਦੀ ਵਿੱਚ ਫਤੂਰ ਪਾਇਆ, ਨਹੀਂ ਰੱਖਿਆ ਖੌਫ ਕਰਤਾਰ ਦਾ ਸੀ। ਖਾਧਾ ਲੁੱਟ ਗਰੀਬ ਤੇ ਆਜਜ਼ਾਂ ਨੂੰ, ਵਿੱਚ ਤੁਧ ਦੇ ਜ਼ੋਰ ਹੰਕਾਰ ਦਾ ਸੀ। ਕਿੱਥੋਂ ਲਿਆ ਸੀ ਜਿਸਮ ਨੇ ਜ਼ੋਰ ਇਤਨਾ, ਮਾੜਾ ਦੇਖ ਕੇ ਰੋਜ਼ ਲਲਕਾਰਦਾ ਸੀ। ਸਾਡੇ ਹੁਕਮ ਤੋਂ ਬਿਨਾਂ ਕੀ ਬਣ ਗਿਆ ਏ, ਦਿਲ ਦੇ ਨਾਲ ਸੰਕਲਪ ਉਸਾਰਦਾ ਸੀ। ਜਿਸ ਪਰਮਾਤਮਾ ਨੇ ਸਾਰਾ ਜ਼ੋਰ ਤਾਕਤ ਬਲ ਦਿੱਤੀ ਆ, ਉਸ ਵਾਹਿਗੁਰੂ ਨੂੰ ਭੁਲਾ ਦਿੱਤਾ। ਗਰੀਬਾਂ ਉੱਪਰ ਜੇ ਖਿੰਚੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹੜੇ ਲੋਕ ਗਰੀਬਾਂ ਗੁਰਬਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਉਹਨਾਂ ਨੂੰ ਵਾਹਿਗੁਰੂ ਜੀ ਫਿਰ ਅੱਗ ਦੇ ਵਿੱਚ ਸਾੜਦੇ ਹਨ। ਜਾਂ ਇਸ ਤਰ੍ਹਾਂ ਕਹਿ ਲਓ, ਲੋਕ ਵੈਸੇ ਸੜਦੇ ਬਲਦੇ ਰਹਿੰਦੇ ਆ। ਉਹਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਨਹੀਂ ਹੁੰਦੀ। ਜਿਹੜੇ ਦੂਸਰਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਪਰਾਇਆ ਹੱਕ ਖਾਂਦੇ ਆ ਨਾ, ਉਹਨਾਂ ਦੀ ਜ਼ਿੰਦਗੀ 'ਚ ਸੁੱਖ ਸਕੂਨ ਨਹੀਂ ਹੁੰਦਾ। ਇਹੋ ਜਿਹਾ ਭਾਣਾ ਵਾਪਰਦਾ ਵੀ ਫਿਰ ਬੰਦਾ ਕੁਛ ਵੀ ਨਹੀਂ ਕਰ ਸਕਦਾ, ਕੋਈ ਹੱਲ ਨਹੀਂ ਉਹਦਾ ਫਿਰ ਹੁੰਦਾ। ਇਹੋ ਜਿਹਾ ਰੋਗ ਲੱਗ ਜਾਂਦਾ, ਇਹੋ ਜਿਹੇ ਦੁੱਖ ਆ ਜਾਂਦੇ ਆ ਜ਼ਿੰਦਗੀ 'ਚ। ਇਸ ਵਾਸਤੇ ਜਦੋਂ ਵੀ ਜੋ ਵੀ ਕਰ ਸਕੀਏ ਚੰਗਾ ਕਰੀਏ, ਕਿਸੇ ਦਾ ਭਲਾ ਕਰੀਏ। ਹਿਕਮਤ ਵੈਦਗੀ ਤੁਧ ਅਨੈਤ ਕੀਤੀ, ਕਰਦਾ ਨਹੀਂ ਇਲਾਜ ਬਿਮਾਰ ਦਾ ਸੀ। ਰੱਬ ਦੇ ਨਾਮ ਤੇ 10 ਕੀ ਦਾਨ ਕੀਤਾ, ਸ਼ਾਹੂਕਾਰ ਤੂੰ ਲੱਖ ਹਜ਼ਾਰ ਦਾ ਸੀ। ਤੈਨੂੰ ਵਾਹਿਗੁਰੂ ਜੀ ਨੇ ਸ਼ਾਹੂਕਾਰ ਬਣਾਇਆ ਸੀ, ਲੱਖਾਂ ਹਜ਼ਾਰਾਂ ਕਰੋੜਾਂ ਦਾ। ਤੂੰ ਇਹ ਦੱਸ, ਰੱਬ ਦੇ ਨਾਮ ਦੇ ਉੱਤੇ ਕੀ ਦਾਨ ਕੀਤਾ? ਰੱਬ ਦੇ ਨਾਮ ਦੇ ਉੱਤੇ ਕੀ ਦਾਨ ਕੀਤਾ ਈ? ਜਦੋਂ ਕਿਧਰੇ ਕੋਈ ਇੱਦਾਂ ਦਾ ਸਮਾਂ ਆਇਆ, ਉਦੋਂ ਕੀ ਕੀਤਾ? ਭੈੜੇ ਕੰਮਾਂ ਵਿੱਚ ਤੂੰ ਪੈਸਾ ਪਾਣੀ ਵਾਂਗੂ ਰੋੜ ਦਿੱਤਾ। ਪੈਲਸਾਂ ਦੇ ਵਿੱਚ ਜਿਨ੍ਹਾਂ ਨੇ ਧੀਆਂ ਭੈਣਾਂ ਦੇ ਗੰਦੇ ਗੀਤ ਗਾਏ, ਉਹਨਾਂ ਦੇ ਉੱਤੇ ਹਜ਼ਾਰ ਦੇ ਨੋਟ ਇਸ ਤਰ੍ਹਾਂ ਸੁੱਟੀ ਗਿਆ, ਵਾਰੀ ਗਿਆ, ਕਰੀ ਗਿਆ। ਅਤੇ ਜਦੋਂ ਕੋਈ ਰੱਬ ਦੇ ਨਾਮ ਦੀ ਗੱਲ ਹੋਈ, ਉੱਥੇ ਕਿੰਨਾ ਕੁ ਦਾਨ ਪੁੰਨ ਕੀਤਾ। ਰੱਬ ਦੇ ਨਾਮ ਤੇ 10 ਕੀ ਦਾਨ ਕੀਤਾ, ਸ਼ਾਹੂਕਾਰ ਤੂੰ ਲੱਖ ਹਜ਼ਾਰ ਦਾ ਸੀ। ਐ ਪਰ ਅਮਲ ਅਮਾਲ ਤੋਂ ਰਿਹਾ ਖਾਲੀ, ਪੰਡਤ ਹੋਏ ਕੇ ਵੇਦ ਵਿਚਾਰਦਾ ਸੀ। ਕਥਾ ਸੁਣ ਸੁਣਾ ਵਿਸਾਰ ਛੱਡੀ, ਜੋ ਵੇਦ ਪੁਰਾਣ ਪੁਕਾਰਦਾ ਸੀ। ਬੰਦੇ 10 ਜਹਾਨ ਤੋਂ ਖੱਟਿਆ ਕੀ, ਦਿੱਤਾ ਤੁਧ ਨੂੰ ਹੁਕਮ ਵਪਾਰ ਦਾ ਸੀ।
ਕਿਹੜੀ ਵਸਤ ਖਰੀਦ ਲਈ ਸ਼ਹਿਰ ਵਿੱਚੋਂ, ਕੀਤਾ ਰੱਜ ਕੇ ਸੈਰ ਬਾਜ਼ਾਰ ਦਾ ਸੀ। ਤੈਨੂੰ ਕਿਹਾ ਸੀ ਹੱਕ ਹਲਾਲ ਖਾਵੀਂ, ਕੁੱਤਾ ਬਣ ਗਿਆ ਦੇਖ ਮੁਰਦਾਰ ਦਾ ਸੀ। ਵਾਹਿਗੁਰੂ ਜੀ ਨੇ ਕਿਹਾ ਸੀ ਹੱਕ ਸੱਚ ਦੀ ਕਮਾਈ ਖਾਵੀਂ, ਤੂੰ ਕੁੱਤਾ ਬਣ ਗਿਆ ਤੇ ਮੁਰਦਾਰ ਖਾਂਦਾ ਰਿਹਾ। ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਆ। ਭੁੱਲ ਗਿਆ ਹੈ ਸਾਜਣੇ ਹਾਰ ਤੈਨੂੰ, ਬਣਿਆ ਪੁਤਲਾ ਵਿਸ਼ੇ ਵਿਕਾਰ ਦਾ ਸੀ। ਲੱਖ ਲਾਣ ਤਾਂ ਭਾਂਡਿਆ ਲੱਖ ਵਾਰੀ, ਨਹੀਂ ਜਾਣਿਆ ਕਦਰ ਘੁਮਿਆਰ ਦਾ ਸੀ। ਭਾਂਡਾ ਕਿਹਾ ਗਿਆ ਸਾਨੂੰ, ਓਏ ਭਾਂਡਿਆ ਤੈਨੂੰ ਲੱਖ ਲਾਹਨਤ, ਤੂੰ ਘੁਮਿਆਰ ਨੂੰ ਜਾਣਿਆ ਨਹੀਂ ਜਿਸ ਵਾਹਿਗੁਰੂ ਨੇ ਤੈਨੂੰ ਬਣਾਇਆ। ਜਿੰਨੇ ਕੈਮਰੇ ਬਿਨਾ ਤਸਵੀਰ ਲਾਹੀ, ਭੁੱਲ ਗਿਆ ਜੇ ਨਕਸ਼ ਮੇ ਮਾਰਦਾ ਸੀ। ਆਵੇ ਮੰਗਤਾ ਜਦੋਂ ਦਲੀਜ ਉੱਤੇ, ਦਿੰਦਾ ਅੰਦਰੋਂ ਹੁਕਮ ਇਨਕਾਰ ਦਾ ਸੀ। ਜਿਸ ਵਾਹਿਗੁਰੂ ਜੀ ਨੇ ਬਿਨਾਂ ਕੈਮਰੇ ਤੋਂ ਹੀ ਤੇਰੀ ਏਡੀ ਸੋਹਣੀ ਤਸਵੀਰ ਬਣਾ ਦਿੱਤੀ, ਜਾਂ ਵਾਹਿਗੁਰੂ ਜੀ ਨੇ ਇਹੋ ਜਿਹੇ ਤੈਨੂੰ ਕੈਮਰੇ ਲਾ ਦਿੱਤੇ ਵੀ ਕੋਈ ਚੀਜ਼ ਮੁਕਾਬਲਾ ਨਹੀਂ ਕਰ ਸਕਦੀ। ਤੈਨੂੰ ਵਾਹਿਗੁਰੂ ਜੀ ਨੇ ਅੱਖਾਂ ਲਾ ਦਿੱਤੀਆਂ ਲੱਖਾਂ ਕਰੋੜਾਂ ਦੀਆਂ। ਕਈ ਵਾਰੀ ਸਾਡੇ ਮਨ 'ਚ ਹੁੰਦਾ ਸੀ ਨਾ, ਕਿਸੇ ਬਹੁਤ ਸੋਹਣੇ ਥਾਂ 'ਤੇ ਕਿਸੇ ਬਹੁਤ ਵਧੀਆ ਪਾਰਕ ਆਦਿਕ ਦੇ 'ਚ ਜਾਈਏ ਤਾਂ ਸਾਡਾ ਮਨ ਹੁੰਦਾ ਵੀ ਵੀਡੀਓ ਕਾਲ ਕਰਕੇ ਅਤੇ ਘਰ ਵਾਲੀ ਜਾਂ ਬੱਚਿਆਂ ਨੂੰ ਵੀ ਵਿਖਾਈਏ। ਪਰ ਜਿਹੜਾ ਆਨੰਦ ਅਸੀਂ ਖੁਦ ਮਾਣ ਰਹੇ ਨੇ ਨਾ ਇਹਨਾਂ ਅੱਖਾਂ ਨਾਲ, ਉਹ ਕੈਮਰੇ ਨਾਲ ਨਹੀਂ ਵਿਖਾਇਆ ਜਾ ਸਕਦਾ। ਜੋ ਆਨੰਦ ਅਸੀਂ ਖੁਦ ਮਹਿਸੂਸ ਕਰਦੇ ਹਾਂ। ਜੇ ਕੋਈ ਦਲੀਜ ਦੇ ਉੱਤੇ ਮੰਗਤਾ ਆ ਜਾਂਦਾ ਸੀ, ਕਹਿੰਦਾ ਸੀ ਇਹਨੂੰ ਭਜਾ ਦਿਓ, ਇਨਕਾਰ ਕਰ ਦਿਓ ਵੀ ਕੁਛ ਨਹੀਂ ਹੈਗਾ ਸਾਡੇ ਕੋਲ, ਅਸੀਂ ਕੁਝ ਨਹੀਂ ਦੇਣਾ। ਹਰਾਮ ਖਾਣਿਆ ਕਬੂਲ ਨਾ ਬੋਲ ਪਾਪੀ, ਜ਼ਾਲਮ ਪਕੜ ਗਰੀਬਾਂ ਨੂੰ ਮਾਰਦਾ ਸੀ। ਲੋਹੇ ਵਾਂਗ ਤੂੰ ਸਖਤ ਮਨੂਰ ਹੋਇਆ, ਘਰ ਨਾ ਦੇਖਿਆ ਮਰਦ ਲੁਹਾਰ ਦਾ ਸੀ। ਦਇਆ ਸਿੰਘ ਤੂੰ ਦੋਜ਼ਖਾਂ ਵਿੱਚ ਪੈਸੈ, ਦੋਜ਼ਖ ਦਾ ਅਰਥ ਹੁੰਦਾ ਨਰਕ। ਇਹ ਮੁਸਲਮਾਨੀ ਸ਼ਬਦ ਨੇ, ਕਿਉਂਕਿ ਉਦੋਂ ਦਾ ਗ੍ਰੰਥ ਲਿਖਿਆ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ, ਸਾਰਾ ਕੁਝ ਇਕੱਠਾ ਸੀ, ਤਾਂ ਕਰਕੇ ਵਿੱਚ ਇੱਦਾਂ ਦੇ ਸ਼ਬਦ ਆ ਜਾਂਦੇ ਨੇ। ਦਇਆ ਸਿੰਘ ਤੂੰ ਦੋਜ਼ਖਾਂ ਵਿੱਚ ਪੈਸੈ, ਪੂਰਾ ਰਿਹਾ ਨਾ ਕੌਲ ਇਕਰਾਰ ਦਾ ਸੀ। ਪਰਮਾਤਮਾ ਨਾਲ ਕੀਤੇ ਹੋਏ ਇਕਰਾਰ ਪੂਰੇ ਨਹੀਂ ਕੀਤੇ, ਨਰਕਾਂ ਵਿੱਚ ਜਾਵੇਂਗਾ, ਤੇਰੀ ਜ਼ਿੰਦਗੀ ਨਰਕ ਬਣ ਜਾਏਗੀ ਜਿਉਂਦੇ ਜੀ। ਜੇ ਕਵੇਂ ਵੀ ਅਗਾਂਹ ਨਰਕ ਕਿੰਨੇ ਵੇਖੇ ਨੇ, ਇੱਥੇ ਤੇਰੀ ਜ਼ਿੰਦਗੀ ਨਰਕ ਵਰਗੀ ਬਣ ਜਾਏਗੀ। ਤੁਧ ਨੂੰ ਭੁੱਲੇ ਸੇ ਜੰਮ ਜੰਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। 49ਵਾਂ ਸਾਲ, 49 ਗੁਜ਼ਰ ਗਿਆ 49ਵਾਂ ਸਾਲ ਐਵੇਂ ਬਿਰਥਾ ਉਮਰ ਤੈਂ ਆਪਣੀ ਗਾਲ ਛੱਡੀ। ਕੀਤਾ ਨਹੀਂ ਜੇ ਭਜਨ ਪਰਮਾਤਮਾ ਦਾ, ਸਾਰੀ ਉਮਰ ਤੂੰ ਐਵੇਂ ਹੀ ਟਾਲ ਛੱਡੀ। ਨਾ ਤੈਂ ਲੱਭਿਆ ਲੱਭਣੇ ਹਾਰ, ਤਾਈ ਉਮਰ ਵਾਂਗ ਦੋ ਪਿਆਰ ਦੇ ਦੁਖਿਆਰ ਦੇ ਢਾਲ ਛੱਡੀ। ਉਹੀ ਪੁਰਸ਼ ਜਹਾਨ ਤੇ ਧਨ ਬੀਬਾ, ਜਿਨ੍ਹਾਂ ਇਲਮ 'ਚੋਂ ਰਮਜ ਨਿਕਾਲ ਛੱਡੀ। ਨਹੀਂ ਉਹਨਾਂ ਨੂੰ ਲੋੜ ਚਿਰਾਗ ਦੀਏ, ਜਿਨ੍ਹਾਂ ਗਿਆਨ ਦੀ ਰੌਸ਼ਨੀ ਬਾਲ ਛੱਡੀ। ਪੁਰਾਣੇ ਸਮੇਂ 'ਚ ਕਿਉਂਕਿ ਜਿਹੜੀ ਟਾਈਪਿੰਗ ਵੀ ਇੰਨੀ ਵਧੀਆ ਨਹੀਂ ਸੀ ਹੁੰਦੀ, ਤਾਂ ਪੱਥਰ ਛਾਪੇ ਹੁੰਦੇ ਸੀ, ਇਸ ਵਾਸਤੇ ਬਹੁਤ ਧਿਆਨ ਨਾਲ ਪੁਰਾਣੀਆਂ ਜਿਹੜੀਆਂ ਲਿਖਤਾਂ ਉਹਨਾਂ ਨੂੰ ਪੜ੍ਹਨਾ ਪੈਂਦਾ। ਨਹੀਂ ਉਹਨਾਂ ਨੂੰ ਲੋੜ ਚਿਰਾਗ ਦੀਏ, ਜਿਨ੍ਹਾਂ ਗਿਆਨ ਦੀ ਰੌਸ਼ਨੀ ਬਾਲ ਛੱਡੀ। ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਦੀ ਰੌਸ਼ਨੀ ਹੋ ਜਾਂਦੀ, ਉਹਨਾਂ ਨੂੰ ਚਿਰਾਗਾਂ ਦੀ ਲੋੜ ਨਹੀਂ ਪੈਂਦੀ, ਚਿਰਾਗ ਜਗਾਉਣ ਦੀ ਲੋੜ ਨਹੀਂ ਪੈਂਦੀ, ਜੋਤਾਂ ਜਗਾਉਣ ਦੀ ਲੋੜ ਨਹੀਂ ਪੈਂਦੀ। ਸੱਚ ਇਹ ਆ ਵੀ ਤੁਸੀਂ ਪਤਾ ਨਹੀਂ ਕਿਉਂ ਉਹ ਗੁਰਦੁਆਰਾ ਸਾਹਿਬ ਦੇ ਲਾਗੇ ਆਣ ਕੇ ਰੋਜ਼ ਹੀ ਦੀਵੇ ਬਾਲੀ ਜਾਂਦੇ ਹੋ। ਇਹਨਾਂ ਦੀਵਿਆਂ ਦੀ ਲੋੜ ਨਹੀਂ, ਅੰਦਰ ਦੀਵਾ ਬਾਲੋ ਗਿਆਨ ਦਾ। ਐਵੇਂ ਨਾ ਤੇਲ ਖਰਾਬ ਕਰਿਆ ਕਰੋ। ਉਹ ਜਿਹੜਾ ਤੁਸੀਂ ਤੇਲ ਡੱਬੀਆਂ 'ਚ ਪਾ ਕੇ ਦੀਵਿਆਂ 'ਚ ਪਾ ਕੇ ਜਾਂਦੇ ਹੋ, ਕੋਈ ਗਰੀਬਾਂ ਗੁਰਬਿਆਂ ਨੂੰ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ 'ਚ ਪਾ ਕੇ ਵੰਡ ਦਿਆ ਕਰੋ। ਜੇ ਤੁਸੀਂ ਘਰ ਦੀ ਸਰੋਂ ਕਢਾਈ ਆ, ਘਰ ਦਾ ਤੁਹਾਡਾ ਤੇਲ ਆਪਣਾ, ਉਹਦੇ ਅੱਜ ਕੱਲ੍ਹ ਹੋਰ ਬੜੇ ਫਾਇਦੇ ਹੁੰਦੇ ਨੇ। ਉਹਦੀ ਸਰੋਂ ਦੇ ਘਰ ਦੇ ਬਣੇ ਤੇਲ ਦੀ ਕੁਰਲੀ ਕਰ ਲਿਆ ਕਰੋ, ਉਹਦੇ ਨਾਲ ਕਈ ਬਿਮਾਰੀਆਂ, ਮੂੰਹ ਦੇ ਟੌਕਸਿਨ ਖਤਮ ਹੋ ਜਾਂਦੇ ਆ। ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਹੋਏ ਵਾਲ ਉਹ ਕਾਲੇ ਹੋ ਜਾਂਦੇ ਆ, ਭਾਵ ਬੰਦਾ ਠੀਕ ਹੋ ਜਾਂਦਾ। ਮੇਰਾ ਮਤਲਬ ਕੋਈ ਚਿੱਟੇ ਕਾਲਿਆਂ ਨਾਲ ਨਹੀਂ ਆ, ਬੜੇ ਫਾਇਦੇ ਹੁੰਦੇ ਆ। ਚੀਜ਼ਾਂ ਦੀ ਚੰਗੀ ਵਰਤੋਂ ਕਰਿਆ ਕਰੋ। ਬਿਨਾਂ ਦੀਵੇ ਉਦੋਂ ਬਾਲੀਦੇ ਸੀ ਜਦੋਂ ਬਲਬ ਨਹੀਂ ਸੀ ਹੁੰਦੇ। ਹੁਣ ਤਾਂ ਲਾਈਟਾਂ ਆ ਗਈਆਂ, ਬਲਬ ਆ ਗਈਆਂ, ਬਲਬ ਆ ਗਏ ਆ। ਇਹ ਦੀਵੇ ਬਾਲਣ ਨਾਲੋਂ ਗਲੀਆਂ ਵਿੱਚ ਬਲਬ ਲਾ ਦਿਓ। ਜਿੱਥੇ ਜਿੱਥੇ ਤੁਹਾਡੇ ਪਿੰਡ 'ਚ ਹਨੇਰਾ, ਉੱਥੇ ਬਲਬ ਲਾ ਦਿਓ।
ਚਾਨਣ ਕਰਨਾ ਨਾ, ਰੌਸ਼ਨੀ ਕਰਨੀ। ਤੁਸੀਂ ਕਹਿੰਦੇ ਹੋ ਵੀ ਜੇ ਅਸੀਂ ਦੀਵਾ ਬਾਲਾਂਗੇ ਤਾਂ ਸਾਡੇ ਘਰ ਚਾਨਣ ਹੋਏਗਾ, ਉਹਦੇ ਮੁਕਾਬਲੇ ਤੇ ਤੁਸੀਂ ਜਿੱਥੇ ਹੋਲਡਰ ਖਾਲੀ ਗੁਰਦੁਆਰੇ 'ਚ ਉੱਥੇ ਆਣ ਕੇ ਬਲਬ ਲਾ ਦਿਓ, ਇੱਕ ਸੇਮ ਹੀ ਆ, ਸਾਰਾ ਬਰਾਬਰ ਹੀ ਆ। ਜਿਨ੍ਹਾਂ ਨੂੰ ਗਿਆਨ ਦਾ ਚਾਨਣ ਹੋ ਜਾਵੇ ਉਹਨਾਂ ਨੂੰ ਬਾਹਰੋਂ ਦੀਵੇ ਬਾਲਣ ਦੀ ਲੋੜ ਨਹੀਂ ਰਹਿੰਦੀ। ਨਹੀਂ ਉਹਨਾਂ ਨੂੰ ਲੋੜ ਚਿਰਾਗ ਦੀਏ, ਜਿਨ੍ਹਾਂ ਗਿਆਨ ਦੀ ਰੌਸ਼ਨੀ ਬਾਲ ਛੱਡੀ। ਵਸਤੂ ਜਿਨ੍ਹਾਂ ਦੇ ਪਾਸ ਹੈ ਗੁਪਤ ਰੱਖਦੇ, ਕਰਨੀ ਦਿਲੋਂ ਪਖੰਡ ਦੀ ਚਾਲ ਛੱਡੀ। ਜਿਨ੍ਹਾਂ ਨੂੰ ਵਾਹਿਗੁਰੂ ਨੇ ਗਿਆਨ ਬਖਸ਼ਦਾ ਉਹ ਫਿਰ ਪਖੰਡ ਨਹੀਂ ਕਰਦੇ। ਜਿਵੇਂ ਕਿਸੇ ਅਮੀਰ ਨੇ ਅਤਰਦਾਨੀ, ਜਿੰਦਾ ਮਾਰ ਸੰਦੂਕ ਮੇ ਡਾਲ ਛੱਡੀ। ਜ਼ਿਕਰ ਕਿਸੇ ਨੇ ਕਿਸੇ ਦੀ ਵਸਤ ਪਕੜੀ, ਸੱਚੇ ਸਿਸਕ ਦੇ ਨਾਲ ਸੰਭਾਲ ਛੱਡੀ। ਕੋਲ ਜਿਨ੍ਹਾਂ ਦੇ ਦੌਲਤਾਂ ਸੱਜਣਾ ਹੋਏ, ਉੱਤੋਂ ਸ਼ਕਲ ਕੰਗਾਲ ਵਖਾਲ ਛੱਡੀ। ਸੋਈ ਉੱਪਰੋਂ ਚੁੱਪ ਖਾਮੋਸ਼ ਰਹਿੰਦੇ, ਜਿਨ੍ਹਾਂ ਚਿੱਤ ਨੂੰ ਅਕਲ ਸਿਖਾਲ ਛੱਡੀ। ਜਿਨ੍ਹਾਂ ਨੂੰ ਅਕਲ ਆ ਗਈ ਹੋਵੇ ਉਹ ਬਹੁਤੀ ਬਹਿਸ ਨਹੀਂ ਕਰਦੇ, ਉਹ ਵਾਦ ਵਿਵਾਦ ਨਹੀਂ ਕਰਦੇ ਲੋਕਾਂ ਨਾਲ, ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਸ਼ਾਂਤ ਰਹਿੰਦੇ ਆ। ਵਫਾਦਾਰ ਜਹਾਨ ਦੇ ਵਿੱਚ ਸੋਈ, ਪ੍ਰੀਤ ਨਾਲ ਪਰਮਾਤਮਾ ਪਾਲ ਛੱਡੀ। ਜਿਨ੍ਹਾਂ ਜਿੱਤਿਆ ਆਪਣੇ ਆਪ ਤਾਈਂ, ਸੁਰਤੀ ਕੰਨ ਤੋਂ ਪਕੜ ਬਿਠਾਲ ਛੱਡੀ। ਜਿਨ੍ਹਾਂ ਆਪਣੇ ਆਪ ਨੂੰ ਮਾਰਿਆ ਈ, ਕਰਕੇ ਬੱਕਰੀ ਜਾਨ ਹਲਾਲ ਛੱਡੀ। ਮਾਤਮ ਹੋ ਗਿਆ ਜਿਨ੍ਹਾਂ ਪਰਵਾਨਿਆਂ ਦਾ, ਸ਼ਮਾ ਆਪਣੇ ਵਾਸਤੇ ਜਾਲ ਛੱਡੀ। ਜਿਹੜੀ ਜਾਰ ਬਣਾਵਦੀ ਤੁਰਤ ਸੋਨਾ, ਬੂਟੀ ਕੀਮੀਆਂ ਗਰਾਂ ਨੇ ਭਾਲ ਛੱਡੀ। ਦਇਆ ਸਿੰਘ ਜੋ ਸੋ ਜਾਣੀਏ ਮਰਦ ਗਾਜੀ, ਕਰਕੇ ਸਿਦਕ ਨਾ ਬਾਤ ਕਮਾਲ ਛੱਡੀ। ਅਸਲ ਵਿੱਚ ਉਹ ਮਰਦ ਬਹਾਦਰ ਹਨ ਜਿਨ੍ਹਾਂ ਨੇ ਕਮਾਲ ਦੀ ਬਾਤ, ਗੁਰੂ ਦਾ ਗਿਆਨ ਜਿਨ੍ਹਾਂ ਨੇ ਸਿੱਖ ਲਿਆ। ਹੁਣ ਇਹ ਸਾਰੀ ਕਵਿਤਾ ਦਾ ਭਾਵ ਇਹ ਆ, ਹੁਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਉਹ ਰੱਬ ਦੇ ਪਿਆਰੇ ਕਿਸੇ ਨੂੰ ਭੇਦ ਵੀ ਨਹੀਂ ਦਿੰਦੇ ਅਤੇ ਆਨੰਦ 'ਚ ਰਹਿੰਦੇ ਹਨ। ਲਓ ਜੀ 50ਵੇਂ ਸਾਲ ਦਾ ਹਾਲ ਪੜ੍ਹ ਕੇ ਸਮਾਪਤੀ ਕਰੀਏ। ਚੱਲੀ ਉਮਰ 50ਵੇਂ ਸਾਲ ਦੀਏ, ਪੁਰਸ਼ ਦੇਖ ਲਓ ਧੌਲੜੇ ਆਉਂਦੇ ਨੇ। ਜਦੋਂ ਕਵੀ ਜੀ ਹੁੰਦੇ ਸੀ ਉਦੋਂ 50 ਸਾਲਾਂ ਦੀ ਉਮਰ 'ਚ ਧੌਲੇ ਆਉਂਦੇ ਸੀ। ਅੱਜ ਦੇ ਸਮੇਂ 'ਚ ਪਹਿਲਾਂ ਹੀ ਆ ਜਾਂਦੇ ਆ। ਸਾਡਾ ਰਹਿਣਾ ਖਾਣਾ ਪੀਣਾ ਇੱਦਾਂ ਦਾ ਹੋ ਗਿਆ, ਉਹ ਪਹਿਲਾਂ ਹੀ ਧੌਲੇ ਆ ਜਾਂਦੇ ਆ। ਉਦੋਂ ਕਵੀ ਜੀ ਕਹਿੰਦੇ 50 ਸਾਲਾਂ ਦੀ ਉਮਰ 'ਚ ਧੌਲੇ ਆਉਂਦੇ ਹੁੰਦੇ ਸੀ। ਸਾਡੀਆਂ ਚੰਗੀਆਂ ਖੁਰਾਕਾਂ ਨਹੀਂ ਰਹੀਆਂ, ਅਸੀਂ ਧਿਆਨ ਨਾਲ ਖਾਂਦੇ ਪੀਂਦੇ ਨਹੀਂ ਹਾਂ, ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਹਾਂ। ਤਾਂ ਹੀ ਕਰਕੇ ਲੋਕ ਉਹ 35-40 ਸਾਲਾਂ ਦੀ ਉਮਰ 'ਚ ਬੁੱਢੇ ਦਿਖਾਈ ਦੇਣ ਲੱਗ ਜਾਂਦੇ ਆ। ਅਤੇ ਜਿਹੜੇ ਪੁਰਾਣੇ ਬਜ਼ੁਰਗ ਆ, ਕਈ ਤੁਸੀਂ ਵੇਖਿਆ ਹੋਣਾ 80 ਸਾਲਾਂ ਦੇ, ਅਤੇ ਚਿਹਰਾ ਉਹਨਾਂ ਦਾ ਲਾਲ ਸੁਰਖ, ਚੜ੍ਹਦੀ ਕਲਾ 'ਚ ਹਮੇਸ਼ਾ। ਚੱਲੀ ਉਮਰ 95 ਸਾਲ ਦੀਏ, ਪੁਰਸ਼ ਦੇਖ ਲੈ ਧੌਲੜੇ ਆਮਦੇ ਨੇ। ਗੁੱਜੀ ਰਮਜਨਾ ਅਜੇ ਮਲੂਮ ਹੋਈ, ਕੇਸ ਕਾਲੜੇ ਵਾ ਰੰਗ ਵਟਾਉਂਦੇ ਨੇ। ਅਜੇ ਗੁੱਜੀ ਰਮਜ ਦਾ ਕੋਈ ਸਮਝ ਨਹੀਂ ਆਈ ਅਤੇ ਕੇਸਾਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਪੜ੍ਹ ਇਲਮ ਤੈ ਗੱਡੀਆਂ ਲੱਦੀਆਂ ਈ, ਹੁਣ ਤਾਂ ਹਰਫ ਵੀ ਘੱਟ ਦੇ ਸਾਂਭਦੇ ਨੇ। ਇੰਨਾ ਜ਼ਿਆਦਾ ਪੜ੍ਹਿਆ ਵੀ ਪੜ੍ਹ ਕੇ ਗੱਡੀਆਂ ਲੱਦ ਲਈਆਂ, ਬੜੀ ਪੜ੍ਹਾਈ ਕੀਤੀ ਆ। ਹੁਣ ਤਾਂ ਨਜ਼ਰ ਵੀ ਕਮਜ਼ੋਰ ਹੋ ਗਈ ਆ, ਨਿੱਕੇ ਅੱਖਰ ਵੀ ਦਿਸਣੋਂ ਬੰਦ ਹੋ ਗਏ ਆ। 50 ਸਾਲ ਦੀ ਉਮਰ ਹੋ ਗਈ ਆ, ਅਸਲ ਗਿਆਨ ਨਹੀਂ ਪੜ੍ਹਿਆ, ਚੰਗਾ ਇਨਸਾਨ ਬਣਨ ਵਾਲਾ ਗਿਆਨ ਨਹੀਂ ਪੜ੍ਹਿਆ। ਬਾਕੀ ਤੂੰ ਬਹੁਤ ਕੁਝ ਪੜ੍ਹ ਕੇ ਆਪਣੀ ਨਜ਼ਰ ਕਮਜ਼ੋਰ ਕਰ ਲਈ ਆ। ਵਕੀਲ ਬਣ ਗਿਆ ਪਰ ਤਾਂ ਵੀ ਲੋਕਾਂ ਦੇ ਭਲੇ ਦੇ ਕੰਮ ਕਰਦਾ। ਛੋਟਾ ਮੋਟਾ ਲੜਾਈ ਝਗੜਾ ਹੋ ਜਾਵੇ ਲੋਕਾਂ ਨੂੰ ਬਲੈਕਮੇਲ ਕਰਦਾ। ਇਹ ਤਾਂ ਬਹੁਤ ਵੱਡਾ ਤੁਸੀਂ ਪੰਗਾ ਲੈ ਲਿਆ, ਤੁਸੀਂ ਤੁਹਾਨੂੰ ਫਸ ਜਾਣਾ, ਤੁਹਾਨੂੰ ਤਾਂ ਜੇਲ੍ਹ ਹੋ ਸਕਦੀ ਆ। ਲੋਕਾਂ ਨੂੰ ਡਰਾਉਂਦਾ ਨਾ ਵਕੀਲ ਬਣ ਕੇ ਵੀ ਲੋਕੀ ਮੈਨੂੰ ਚੰਗੀਆਂ ਮੋਟੀਆਂ ਫੀਸਾਂ ਦੇਣ ਜੀ, ਕਿਸੇ ਤਰ੍ਹਾਂ ਮੈਨੂੰ ਛਡਾਓ। ਪੜ੍ਹ ਕੇ ਡਾਕਟਰ ਤਾਂ ਬਣ ਗਿਆ ਪਰ ਲੋਕਾਂ ਨੂੰ ਡਰਾਉਣ ਵਾਲਾ ਡਾਕਟਰ ਬਣ ਗਿਆ, ਕਮਿਸ਼ਨ ਖਾਣ ਵਾਲਾ ਡਾਕਟਰ ਬਣ ਗਿਆ ਇੰਨੀ ਪੜ੍ਹਾਈ ਕਰਕੇ। ਜੇ ਕੋਈ ਗਰੀਬ ਗੁਰੂਬਾ ਬੰਦਾ ਆ ਜਾਵੇ ਕਹੇ ਵੀ ਮੇਰੇ ਤਾਂ ਪੇਟ 'ਚ ਦਰਦ ਹੁੰਦੀ ਆ, ਬਣੀ ਭਾਵੇਂ ਗੈਸ ਹੋਵੇ, ਗੱਲ ਭਾਵੇਂ ਕੁਛ ਵੀ ਨਾ ਹੋਵੇ, ਅਤੇ ਤੂੰ ਕਹਿੰਦਾ ਇਹ ਤਾਂ ਐਕਸਰਾ ਕਰਾਉਣਾ ਪੈਣਾ, ਅਲਟਰਾਸਾਊਂਡ ਕਰਾਉਣਾ ਪੈਣਾ ਫਲਾਨੀ ਥਾਂ ਤੋਂ, ਉਹਦੇ ਨਾਲ ਤੇਰਾ ਕਮਿਸ਼ਨ ਚੱਲਦਾ। ਜਿੰਨੇ ਮਰੀਜ਼ ਭੇਜੇਗਾ, ਜਿੰਨੇ ਅਲਟਰਾਸਾਊਂਡ ਕਰਾਏਗਾ, ਉਨੀ ਤੈਨੂੰ ਵਿੱਚੋਂ ਕਮਿਸ਼ਨ ਮਿਲਣੀ ਆ। ਕੇਸ ਤੂੰ ਰੈਫਰ ਕਰ ਦਿੰਦਾ ਅੱਗੇ, ਕਿਤਾਬਾਂ ਪੜ੍ਹ ਕੇ ਆਹ ਸਿੱਖਿਆ ਲੋਕਾਂ ਨੂੰ ਲੁੱਟਣਾ ਮਾਰਨਾ, ਪਰਾਇਆ ਹੱਕ ਖਾਣਾ। ਨਜ਼ਰ ਘਟਾ ਲਈ ਆ ਪਰ ਅਸਲ ਗੁਰੂ ਦੀ ਗਿਆਨ ਨਹੀਂ ਤੈਨੂੰ ਆਇਆ।
ਪੜ੍ਹ ਇਲਮ ਤੈ ਗੱਡੀਆਂ ਲੱਦੀਆਂ ਈ, ਹੁਣ ਤਾਂ ਹਰਫ ਵੀ ਘੱਟ ਦਿਸਾਮਦੇ ਨੇ। ਜੇਕਰ ਪੜ੍ਹਨ ਥੀ ਬਾਤ ਮਾਲੂਮ ਹੋਵੇ, ਲੋਕ ਪੜ੍ਹਦਿਆਂ ਉਮਰ ਲੰਘਾਮਦੇ ਨੇ। ਜੇਕਰ ਪੜ੍ਹਨ ਦੇ ਨਾਲ ਹੀ ਬੰਦਾ ਸਿਆਣਾ ਬਣ ਜਾਂਦਾ ਹੋਵੇ ਤੇ ਕਈ ਲੋਕਾਂ ਦੀ ਜ਼ਿੰਦਗੀ ਪੜ੍ਹਦਿਆਂ ਲੰਘ ਜਾਂਦੀ ਆ। ਪੜ੍ਹ ਕੇ ਝਗੜਿਆਂ ਨਾਲ ਗਿਆਨ ਕਰਦੇ, ਮਾੜਾ ਦੇਖ ਗਰੀਬ ਨੂੰ ਢਾਮਦੇ ਨੇ। ਪੜ੍ਹ ਪੜ੍ਹ ਵੇਦ ਪੁਰਾਣ ਕੁਰਾਨ ਸਾਰੇ, ਸਾਰੇ ਮੁਲਕ ਨੂੰ ਜਿੱਤਣਾ ਚਾਹੁੰਦੇ ਨੇ। ਪੜ੍ਹ ਕੇ ਵੇਦ ਵਿਦਾਂਤ ਨਾ ਸ਼ਾਂਤ ਆਵੇ, ਦੂਈ ਕਦੇ ਨਾ ਦਿਲੋਂ ਗਵਾਮਦੇ ਨੇ। ਪੜ੍ਹ ਕੇ ਇਲਮ ਨਾ ਅਮਲ ਅਮਾਲ ਕਰਦੇ, ਲੋਕ ਜੀਭ ਨੂੰ ਸਿਕਲ ਚੜ੍ਹਾਉਂਦੇ ਨੇ। ਪੜ੍ਹ ਕੇ ਲੋਕ ਗਵਾਮਦੇ ਕੁਤਬਖਾਨੇ, ਨਹੀਂ ਯਾਰ ਨਾਲ ਅੱਖੀਆਂ ਲਾਉਂਦੇ ਨੇ। ਪਰਮਾਤਮਾ ਨਾਲ ਪਿਆਰ ਨਹੀਂ ਪਾਉਂਦੇ ਤੇ ਪੜ੍ਹ ਪੜ੍ਹ ਕੇ ਕੁਤਬਖਾਨੇ ਮਤਲਬ ਲਾਇਬ੍ਰੇਰੀਆਂ ਦੀਆਂ ਲਾਇਬ੍ਰੇਰੀਆਂ ਮੁਕਾ ਦਿੰਦੇ ਹਨ। ਪੜ੍ਹ ਕੇ ਇਲਮ ਨਾ ਹਰਸ ਤੋਂ ਬਸ ਕਰਦੇ, ਆਸ਼ਕ ਅਲਫ ਤੇ ਬਾਤ ਮੁਕਾਮਦੇ ਨੇ। ਜਿਹੜੇ ਪੜ੍ਹਨ ਤੋਂ ਮਿਲੇ ਮਹਿਬੂਬ ਪਿਆਰਾ, ਨਹੀਂ ਇਲਮ ਤੋਂ ਹਰਫ ਹਥਿਆਮਦੇ ਨੇ। ਇਸ ਪੜ੍ਹਨ ਪੜ੍ਹਾਉਣ ਤੋਂ ਬਸ ਕਰ ਜਾ, ਗੁੱਜੀ ਰਮਜ ਨੂੰ ਸੰਤ ਬਤਾਵਦੇ ਨੇ। ਬਾਤਨ ਬਾਤ ਬਤਾਵਦੇ ਐਨ ਮੁਰਸ਼ਦ, ਆਲਮ ਜ਼ਾਹਰਾ ਇਲਮ ਪੜ੍ਹਾਵਦੇ ਨੇ। ਇਸ ਵਾਸਤੇ ਇਕੱਲਾ ਪੜ੍ਹ ਹੀ ਨਾ, ਨਾਲ ਉਹਨੂੰ ਸਮਝ ਵੀ, ਉਹਦੇ ਉੱਤੇ ਅਮਲ ਵੀ ਕਰ। ਇਕੱਲਾ ਪੜ੍ਹ ਪੜ੍ਹ ਕੇ ਗੱਲ ਨਹੀਂ ਬਣਨੀ। ਕੋਈ ਵੀ ਹੋਵੇ, ਭਾਵੇਂ ਪਾਠ ਹੀ ਹੋਵੇ ਇਕੱਲਾ, ਸਿਰਫ ਪਾਠ ਕਰ ਹੀ ਨਾ, ਨਾਲ ਦੀ ਨਾਲ ਉਹਨੂੰ ਸਮਝ ਵੀ। ਜਿਹੜਾ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ, ਕਈ ਲੋਕਾਂ ਨੇ ਸੁੱਖਿਆ ਹੁੰਦਾ ਮੈਂ 40 ਕਰਨੇ ਆ। ਇਹ 40 ਕਰਨਾ ਨਾਲ ਸਮਝ ਵੀ, ਸਤਿਗੁਰੂ ਦੀ ਬਾਣੀ ਤੈਨੂੰ ਕਹਿੰਦੀ ਕੀ ਆ। ਨਹੀਂ ਇਸ ਨੂੰ ਇਸਲਾਮ ਤੋਂ ਵਾਕਫੀ ਹੈ, ਹਾਫਜ਼ ਹਿਫਜ਼ ਕੁਰਾਨ ਸੁਣਾਵਦੇ ਨੇ। ਚੰਗੇ ਹੈਨ ਜੋ ਇਲਮ ਵਸੂਲ ਕਰਦੇ, ਵੱਧਦੇ ਉਹ ਜੋ ਅਮਲ ਕਮਾਵਦੇ ਨੇ। ਇਲਮ ਪੜ੍ਹ ਕੇ ਅਮਲ ਕਮਾ ਬੰਦੇ, ਅਸੀਂ ਪੜ੍ਹਨ ਤੋਂ ਨਹੀਂ ਹਟਾਉਂਦੇ ਨੇ। ਪੜ੍ਹ ਕੇ ਇਲਮ ਤੇ ਹੋਵਣਾ ਸਖਤ ਪੱਥਰ, ਕਦੇ ਭਿੱਜਣੇ ਵਿੱਚ ਨਹੀਂ ਆਮਦੇ ਨੇ। ਐਵੇਂ ਪੜ੍ਹ ਪੜ੍ਹ ਕੇ ਪੱਥਰ ਵਰਗਾ ਨਾ ਬਣ ਜਾਵੀਂ। ਜਿਹੜਾ ਪੱਥਰ ਹੁੰਦਾ ਉਹ ਪਾਣੀ ਵਿੱਚ ਪਿਆ ਵੀ ਸਖਤ ਹੀ ਰਹਿੰਦਾ। ਆਲਮ ਲੋਕਾਂ ਨੂੰ ਬਹੁਤ ਨਸੀਹਤ ਕਰਦੇ, ਆਸ਼ਕ ਆਪਣਾ ਆਪਸ ਸਮਝਾਉਂਦੇ ਨੇ। ਆਲਮ ਲੋਕਾਂ ਨੂੰ ਬਹੁਤ ਨਸੀਹਤ ਕਰਦੇ, ਆਸ਼ਕ ਆਪਣਾ ਆਪਸ ਸਮਾਵਦੇ ਨੇ, ਸਮਝਾਉਂਦੇ ਨੇ। ਆਲਮ ਇਲਮ ਥੀ ਦੌਲਤਾਂ ਜਮ੍ਹਾਂ ਕਰਦੇ, ਆਸ਼ਕ ਰੱਬ ਦੇ ਨਾਉ ਲੁਟਾਉਂਦੇ ਨੇ। ਜਿਹੜੇ ਪੜ੍ਹੇ ਲਿਖੇ ਲੋਕ ਦੌਲਤ ਜਮ੍ਹਾਂ ਕਰਦੇ ਆ, ਜਿਹੜੇ ਰੱਬ ਦੇ ਆਸ਼ਕ ਹੁੰਦੇ ਆ, ਦੌਲਤਾਂ ਲੁਟਾ ਦਿੰਦੇ। ਆਲਮ ਇਲਮ ਥੀ ਕਈ ਮਕਾਨ ਪਾਉਂਦੇ, ਆਸ਼ਕ ਅਗਲੇ ਬਣੇ ਵੀ ਚਾਹੁੰਦੇ ਨੇ। ਆਲਮ ਇਲਮ ਥੀ ਇੱਜ਼ਤਾਂ ਚਾਹਦੇ ਨੇ, ਆਸ਼ਕ ਕਲਬ ਚੋਂ ਫਖਰ ਮਿਟਾਉਂਦੇ ਨੇ। ਕਈ ਇਲਮ ਤੇ ਜ਼ੋਰ ਨਾਲ ਕਰਨ ਝਗੜਾ, ਆਸ਼ਕ ਪਾਏ ਕੇ ਚੁੱਪ ਹੋ ਜਾਵਦੇ ਨੇ। ਕਈ ਇਲਮ ਪਾ ਕੇ ਝਗੜਾ ਕਰਦੇ ਆ, ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਇਲਮ ਪਾ ਕੇ ਗਿਆਨ ਪਾ ਕੇ ਚੁੱਪ ਕਰ ਜਾਂਦੇ। ਆਸ਼ਕ ਸੋਚਦੇ ਇਸ਼ਕ ਦੇ ਮਹਿਣਿਆਂ ਨੂੰ, ਪੜੇ ਪੱਤਰੇ ਪਏ ਉਲਟਾਵਦੇ ਨੇ। ਤੇ ਕਈ ਤੇ ਜਿਹੜੇ ਅਸਲ ਰੱਬ ਦੇ ਪਿਆਰੇ ਉਹ ਮਹਿਣਿਆਂ ਨੂੰ ਸਮਝਦੇ ਆ, ਕਈ ਜਿਹੜੇ ਉਹ ਪੱਤਰੇ ਉਲਟਾਈ ਜਾਂਦੇ ਆ। ਇੱਕ ਬੰਦਾ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਉਹਨੇ ਦੁਕਾਨ ਖੋਲ੍ਹਣੀ ਹੁੰਦੀ ਸੀ, ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਬੈਠਾ ਹੁੰਦਾ ਸੀ। ਉਹਨੇ ਨਾ ਕੀ ਕਰਨਾ ਵੀ ਆਹ ਪੇਜ ਪੜ੍ਹ ਲੈਣਾ ਅਤੇ ਦੂਸਰਾ ਹੱਥ 'ਚ ਫੜ ਕੇ ਰੱਖਣਾ ਵੀ ਛੇਤੀ ਛੇਤੀ ਥਲ ਦਿਆਂਗਾ, ਛੇਤੀ ਛੇਤੀ ਵੀ ਵਿੱਚ ਥੋੜ੍ਹਾ ਜਿਹਾ ਕਿਤੇ ਮੇਰਾ ਟਾਈਮ ਖਰਾਬ ਨਾ ਹੋ ਜੇ। ਇਸ ਤਰ੍ਹਾਂ ਪੱਤਰੇ ਵਰਤਾਇਆ ਗੱਲ ਨਹੀਂ ਬਣਦੀ। ਉਹਨੂੰ ਸਮਝੋ। ਪੂਰਾ ਸੁਖਮਨੀ ਸਾਹਿਬ ਪੜ੍ਹਨ ਦੀ ਥਾਂ ਦੇ ਉੱਤੇ ਭਾਵੇਂ ਇੱਕ ਅਸ਼ਟਪਦੀ ਦਾ ਇੱਕ ਪਦਾ ਹੀ ਪੜ੍ਹ ਲਓ, ਪਰ ਨਾਲ ਉਹਨੂੰ ਸਮਝੋ ਵੀ ਗੁਰੂ ਦੀ ਬਾਣੀ ਕਹਿੰਦੀ ਕੀ ਆ। ਜਿਹੜੇ ਅਸਲ ਆਸ਼ਕ ਆ ਰੱਬ ਦੇ, ਉਹ ਮਹਿਣਿਆਂ ਨੂੰ ਸਮਝਦੇ ਆ। ਆਸ਼ਕ ਸੋਚਦੇ ਇਸ਼ਕ ਦੇ ਮਹਿਣਿਆਂ ਨੂੰ, ਪੜੇ ਪੱਤਰੇ ਪਏ ਉਲਟਾਵਦੇ ਨੇ। ਆਸ਼ਕ ਇਲਮ ਦਾ ਕੱਢ ਨਿਚੋੜ ਬੈਠੇ, ਕਈ ਪੜ੍ਹਦਿਆਂ ਮਗਜ ਖਪਾਵਦੇ ਨੇ। ਆਲਮ ਬੱਕਰੀ ਭੇਡ ਕੁਰਬਾਨ ਕਰਦੇ, ਆਸ਼ਕ ਜਿਗਰ ਤੇ ਛੁਰੀ ਚਲਾਵਦੇ ਨੇ। ਆਸ਼ਕ ਇਸ਼ਕ ਨੂੰ ਸਾਥ ਲੈ ਜਾਣ ਜਾਰੋ, ਪੜ੍ਹੇ ਛੱਡ ਕਿਤਾਬ ਨੂੰ ਜਾਮਦੇ ਨੇ।
ਆਲਮਾਂ ਦੇ ਵਿੱਚ ਤੇ ਆਸ਼ਕਾਂ ਦੇ ਵਿੱਚ, ਪੜ੍ਹਨ ਵਾਲਿਆਂ ਦੇ ਵਿੱਚ ਤੇ ਰੱਬ ਦੇ ਪਿਆਰਿਆਂ 'ਚ ਫਰਕ ਦੱਸਦੇ ਨੇ। ਆਲਮ ਹਰਫ ਗੁਲਾਮ ਦੇ ਸਹੀ ਕਰਕੇ, ਆਸ਼ਕ ਜ਼ਾਰ ਨੂੰ ਰੋਜ਼ ਬੁਲਾਉਂਦੇ ਨੇ। ਆਲਮ ਪੜ੍ਹਨ ਨਮਾਜ਼ ਨੂੰ 5 ਵੇਲੇ, ਆਸ਼ਕ ਕਦੀ ਨਾ ਦਿਲੋਂ ਭੁਲਾਉਂਦੇ ਨੇ। ਕਈ ਤੇ ਕਹਿੰਦੇ ਨਹੀਂ ਜਿਹੜਾ ਨਮਾਜ਼ ਆ 5 ਵੇਲੇ ਹੀ ਪੜ੍ਹਨੀ ਆ, ਪਰ ਜਿਹੜਾ ਰੱਬ ਦਾ ਪਿਆਰਾ ਉਹ ਤਾਂ ਕਦੇ ਵੀ ਨਹੀਂ ਰੱਬ ਨੂੰ ਭੁਲਾਉਂਦਾ, ਉਹ ਤਾਂ ਹਰ ਸਮੇਂ ਯਾਦ ਰੱਖਦਾ। ਰੋਜ਼ਾ ਥੋੜ੍ਹੇ ਦਿਨਾਂ ਦਾ ਲੋਕ ਰੱਖਦੇ, ਆਸ਼ਕ ਉਮਰ ਭਰ ਸਿਦਕ ਨਿਭਾਉਂਦੇ ਨੇ। ਕਈ ਤੇ ਰੋਜ਼ਾ ਥੋੜ੍ਹੇ ਦਿਨਾਂ ਦਾ ਰੱਖਦੇ, ਰੱਬ ਦੇ ਪਿਆਰੇ ਸਦਾ ਹੀ ਉਹ ਘੱਟ ਖਾਂਦੇ ਆ। ਵਿੱਚ ਯਾਰ ਮਹਿਬੂਬ ਦੀ ਇੰਤਜ਼ਾਰੀ ਨਾਲ ਉਂਗਲਾਂ ਔਂਸੀਆਂ ਪਾਉਂਦੇ ਨੇ। ਆਸ਼ਕ ਇੱਕ ਮਹਿਬੂਬ ਦੇ ਇਸ਼ਕ ਪਿੱਛੇ ਸਾਰੇ ਇਲਮ ਨੂੰ ਘੋਲ ਘੁਮਾਉਂਦੇ ਨੇ। ਦੇਖ ਆਸ਼ਕਾਂ ਦੀ ਮੰਜ਼ਿਲ ਦਇਆ ਸਿੰਘਾ, ਸਿਰ ਵੱਢ ਕੇ ਭੇਟ ਚੜਾਉਂਦੇ ਨੇ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਤੇ ਆਪਣਾ ਸਿਰ ਵੀ ਵੱਢ ਕੇ ਕੁਰਬਾਨ ਕਰ ਦਿੰਦੇ ਨੇ। ਰਾਵਣ ਹੁਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਰਾਵਣ ਨੇ ਕਈ ਵਾਰੀ ਆਪਣਾ ਸਿਰ ਵੱਢ ਕੇ ਕਹਿੰਦੇ ਸ਼ਿਵ ਜੀ ਨੂੰ ਭੇਟਾ ਕੀਤਾ। ਜਿਹੜੇ ਰੱਬ ਦੇ ਪਿਆਰੇ ਹਉਮੈ ਹੰਕਾਰ ਵਾਲੇ ਪਾਸਿਓਂ ਸਿਰ ਆਪਣਾ ਵੱਢ ਦਿੰਦੇ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਰੱਬ ਦੇ ਪਿਆਰੇ ਹਉਮੈ ਹੰਕਾਰ ਵਾਲੇ ਪਾਸਿਓਂ ਆਪਣਾ ਸਿਰ ਵੱਢ ਦਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਜੀਵਨ ਉਹ ਸ਼ੁਭ ਗੁਣਾਂ ਵਾਲਾ ਬਣ ਜਾਂਦਾ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਗਲਤੀਆਂ ਦੀ ਮੁਆਫੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਫਿਰ ਕਿਧਰੇ ਸਤਿਗੁਰੂ ਜੀ ਨੇ ਸਮਾਂ ਬਖਸ਼ਿਆ ਅਤੇ ਫਿਰ ਆਪਾਂ ਗੁਰੂ ਦੇ ਗੁਣ ਗਾਵਾਂਗੇ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।